ਅੱਜ ਹਰ ਖੇਤਰ ਦੇ ਵਿੱਚ, ਹਰ ਦੇਸ਼ ਦੇ ਵਿੱਚ, ਹਰ ਸ਼ਹਿਰ ਪਿੰਡ ਦੇ ਵਿੱਚ ਵਪਾਰ ਬਹੁਤ ਜ਼ਿਆਦਾ ਵੱਧ ਗਿਆ ਹੈ। ਜਿਹੜੇ ਵਪਾਰੀ ਲੋਕ ਨੇ, ਜਿਨ੍ਹਾਂ ਨੇ ਵਪਾਰ ਕਰਨਾ ਹੈ, ਜਿਹੜੇ ਕਰਦੇ ਨੇ, ਉਹ ਵੇਖਦਿਆਂ ਵੇਖਦਿਆਂ ਕੁਝ ਦਿਨਾਂ ਦੇ ਵਿੱਚ ਹੀ ਬੜੇ ਧਨਾਢ ਅਮੀਰ ਹੋ ਜਾਂਦੇ ਨੇ, ਦੌਲਤ ਵਾਲੇ ਹੋ ਜਾਂਦੇ ਨੇ। ਲੋਕ ਕਹਿੰਦੇ ਵੀ ਨੇ ਕਿ ਭਾਈ ਨੌਕਰੀ ਦੇ ਵਿੱਚ ਜਾਂ ਕਿਰਸਾਨੀ ਕਰਨ ਦੇ ਵਿੱਚ ਕੋਈ ਕਿਸਾਨ ਆਮ ਜਿੰਨਕ ਉਹਦੇ ਕੋਲ ਜ਼ਮੀਨ ਹੈ, ਬਿਨਾਂ ਹੇਰਾ ਫੇਰੀ ਦੇ ਜੇ ਕਿਤੇ ਉਹ ਮਿਹਨਤ ਨਾਲ ਕਿਰਸਾਨੀ ਕਰਦਾ ਏ, ਅਜੋਕੇ ਸਮੇਂ ਦੇ ਚ ਕਈ ਵਾਰੀ ਉਹਦੇ ਪਰਿਵਾਰ ਨੂੰ ਪੂਰੀ ਰੋਟੀ ਵੀ ਨਹੀਂ ਮਿਲਦੀ। ਨੌਕਰੀ ਕਰਨ ਵਾਲੇ ਨੂੰ ਉਮਰ ਬੀਤ ਜਾਂਦੀ ਹੈ, ਬਹੁਤੇ ਸਾਧਨ ਉਹ ਇਕੱਠੇ ਨਹੀਂ ਕਰ ਪਾਉਂਦਾ ਜੇ ਕਿਤੇ ਹੇਰਾ ਫੇਰੀ ਨਾ ਹੋਵੇ। ਹੇਰਾ ਫੇਰੀ ਕਰਨ ਵਾਲੇ ਬਹੁਤ ਕੁਝ ਜੋੜ ਲੈਂਦੇ ਨੇ, ਪਰ ਵਪਾਰ ਦੇ ਵਿੱਚ ਕਈ ਵਾਰੀ ਬੰਦਿਆਂ ਦੀ ਹੇਰਾ ਫੇਰੀ ਨਹੀਂ ਨਜ਼ਰ ਆਉਂਦੀ, ਪਰ ਵਪਾਰਕ ਦ੍ਰਿਸ਼ਟੀ ਦੇ ਨਾਲ ਲੋਕ ਬਹੁਤ ਅਮੀਰ ਹੋ ਜਾਂਦੇ ਨੇ। ਪਰ ਐਸਾ ਵੀ ਵੇਖਣ ਨੂੰ ਮਿਲਿਆ ਹੈ, ਜੇ ਕਿਤੇ ਕੋਈ ਵਪਾਰੀ ਇਮਾਨਦਾਰੀ ਨਾਲ ਵੀ ਵਪਾਰ ਕਰਦਾ ਹੈ ਤੇ ਵਪਾਰੀ ਨੂੰ ਜੇ ਉਹ ਚੰਗੀ ਤਰ੍ਹਾਂ ਮਿਹਨਤ ਕਰ ਰਿਹਾ ਹੈ, ਵਪਾਰ ਕਰ ਰਿਹਾ ਹੈ, ਉਹਨੂੰ ਕਾਫੀ ਕੁਝ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਬੇਸ਼ੱਕ ਦੁਨੀਆ ਦੇ ਚ ਵਪਾਰ ਬਹੁਤ ਵੱਧ ਗਿਆ ਹੈ, ਵੱਡੇ ਤੋਂ ਵੱਡਾ ਕੋਈ ਵਪਾਰੀ ਹੋ ਗਿਆ ਹੈ, ਬਹੁਤ ਧਨਾਢ ਹੋ ਗਿਆ ਹੈ, ਬੜੀ ਦੌਲਤ ਦਾ ਮਾਲਕ ਹੋ ਗਿਆ ਹੈ, ਕਈ ਕਾਰੋਬਾਰ ਨੇ ਉਹਦੇ, ਫਿਰ ਵੀ ਅੰਦਰੋਂ ਡਰਿਆ ਹੋਇਆ ਹੈ, ਫਿਰ ਵੀ ਅੰਦਰੋਂ ਬਹੁਤ ਘਬਰਾਇਆ ਹੋਇਆ ਹੈ, ਕਿਤੇ ਮੇਰੇ ਤੋਂ ਇਹ ਵਪਾਰ ਖੁੱਸ ਨਾ ਜਾਵੇ, ਕਿਤੇ ਮੇਰੇ ਤੋਂ ਇਹ ਸਭ ਕੁਝ ਚਲਾ ਨਾ ਜਾਵੇ। ਵੱਡੇ ਵੱਡੇ ਵਪਾਰੀ, ਇਸ ਦੇਸ਼ ਦੇ ਸਭ ਤੋਂ ਅਮੀਰ ਬੰਦੇ, ਉਹ ਭਰਾ ਵੀ ਇਸ ਗੱਲ ਤੋਂ ਲੜਦੇ ਵੇਖੇ ਗਏ ਨੇ। ਤੁਸੀਂ ਨਿਊਜ਼ ਦੇ ਚ, ਅਖਬਾਰਾਂ ਚ ਪੜ੍ਹਦੇ ਹੋ, ਇਸ ਗੱਲ ਤੋਂ ਡਰੇ ਵੇਖੇ ਗਏ ਨੇ ਕਿ ਕਿਤੇ ਮੇਰੇ ਤੋਂ ਦੂਜਾ ਭਰਾ ਵਪਾਰ ਨਾ ਖੋ ਲਵੇ, ਕਿਤੇ ਮੇਰਾ ਵਪਾਰ ਇਉਂ ਨਾ ਖੁੱਸ ਜਾਵੇ। ਤੇ ਉਸ ਵਪਾਰ ਨੂੰ ਬਚਾਉਣ ਲਈ ਰਾਜਨੀਤਿਕ ਲੋਕਾਂ ਦੀ ਸ਼ਰਨ ਵਿੱਚ ਦੌੜ ਕੇ ਜਾਂਦੇ ਨੇ, ਕਈ ਪ੍ਰਕਾਰ ਨਾਲ ਉਹ ਯਤਨ ਕਰਦੇ ਨੇ ਕਿ ਵਪਾਰ ਖੁੱਸ ਨਾ ਜਾਵੇ। ਹੱਦ ਹੋ ਗਈ। ਇਹ ਲੱਖਾਂ ਕਰੋੜਾਂ ਦੀ ਗੱਲ ਨਹੀਂ, ਅਰਬਾਂ ਖਰਬਾਂ ਦੀ ਦੌਲਤ, ਜਿਹਨੂੰ ਆਪ ਨੂੰ ਪਤਾ ਨਾ ਹੋਵੇ ਕਿ ਕਿਤਨੀ ਦੌਲਤ ਹੈ ਮੇਰੇ ਕੋਲ, ਕਿਤਨੇ ਵਪਾਰ ਚੱਲ ਰਹੇ ਨੇ, ਉਹ ਵੀ ਡਰਿਆ ਹੋਇਆ ਹੈ। ਪਰ ਕਿਉਂ ਡਰਿਆ ਹੋਇਆ ਹੈ? ਕਿਉਂਕਿ ਦੁਨਿਆਵੀ ਵਪਾਰੀ ਜਿਹੜਾ ਹੈ ਨਾ, ਦੁਨੀਆ ਦਾ ਵਪਾਰ ਕਰਨ ਵਾਲਾ ਜਿਹੜਾ ਹੈ, ਉਹਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਮੇਰਾ ਖਜ਼ਾਨਾ ਖਾਲੀ ਨਾ ਹੋ ਜਾਵੇ, ਕੋਈ ਮੇਰੇ ਤੋਂ ਖੋਹ ਨਾ ਲਵੇ, ਕੋਈ ਲੁੱਟ ਕੇ ਨਾ ਲੈ ਜਾਵੇ। ਪਰ ਅੱਜ ਵੀ ਸਤਿਗੁਰੂ ਜੀ ਨੇ ਵਪਾਰ ਦੀ ਗੱਲ ਕੀਤੀ ਹੈ। ਅੱਜ ਦੇ ਸ਼ਬਦ ਦੀ ਵਿਚਾਰ ਵਿੱਚ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਆਸਾ ਰਾਗ ਦੇ ਚ ਗੱਲ ਕਰਦੇ ਨੇ, ਵਪਾਰ ਗੋਬਿੰਦ ਨਾਏ। ਕਹਿੰਦੇ ਇੱਕ ਵਪਾਰ ਹੈ, ਉਹ ਕਿਹੜਾ ਹੈ? ਉਹ ਗੋਬਿੰਦ ਦੇ ਨਾਮ ਦਾ, ਉਹ ਵਾਹਿਗੁਰੂ ਜੀ ਦੇ ਨਾਮ ਦਾ ਵਪਾਰ ਹੈ। ਕਿੰਨੇ ਹੀ ਬਨਜਿਆ ਕਾਂਸੀ ਤਾਂਬਾ, ਕਿੰਨੇ ਹੀ ਲੌਂਗ ਸੁਪਾਰੀ, ਸੰਤਹ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਇਹ ਕਿਹੜੇ ਵਪਾਰੀ ਨੇ? ਕਹਿੰਦੇ ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਓ ਨਿਰਮੋਲਕ,
ਛੂਟ ਗਈ ਸੰਸਾਰੀ। ਵਾਹਿਗੁਰੂ ਜੀ ਦੇ ਨਾਮ ਦਾ ਵਪਾਰ ਕਰਨ ਵਾਲੇ ਉਹ ਵਪਾਰੀ ਜਿਹੜੇ ਨੇ ਨਾ, ਉਹਨਾਂ ਨੂੰ ਡਰ ਨਹੀਂ ਹੈ ਕੋਈ ਕਿ ਸਾਡਾ ਖਜ਼ਾਨਾ ਖਾਲੀ ਹੋ ਜਾਵੇਗਾ, ਸਾਡੇ ਤੋਂ ਕੋਈ ਖੋਹ ਕੇ ਲੈ ਜਾਵੇਗਾ। ਉਹ ਤਾਂ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਨੇ, ਆ ਭਾਈ ਲੁੱਟ ਲੈ, ਰਾਮ ਨਾਮ ਕੀ ਹੈ ਲੂਟ, ਵਾਹਿਗੁਰੂ ਜੀ ਦੇ ਨਾਮ ਦੀ ਲੁੱਟ ਲੱਗੀ ਹੋਈ ਹੈ, ਆ ਮੇਰੇ ਕੋਲ ਖਜ਼ਾਨਾ ਹੈ ਨਾਮ ਦਾ, ਤੂੰ ਲੁੱਟ ਲੈ। ਗੁਰੂ ਤਾਂ ਆਵਾਜ਼ਾਂ ਮਾਰ ਮਾਰ ਕੇ ਕਹਿ ਰਿਹਾ, ਜਿਤਨਾ ਮਰਜ਼ੀ ਲੈ ਜਾ, ਇਹ ਖਜ਼ਾਨਾ ਕਿਤੇ ਮੁੱਕਣ ਤੇ ਥੋੜਾ ਹੁੰਦਾ। ਇਹ ਤਾਂ ਆਵਾਜ਼ਾਂ ਮਾਰ ਕੇ ਕਹਿੰਦਾ ਏ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ। ਇੱਥੇ ਕੋਈ ਘਾਟਾ ਥੋੜਾ, ਇਸ ਘਰ ਦੇ ਵਿੱਚ ਕੀ ਨਹੀਂ ਹੈ। ਕੀ ਨਹੀਂ ਦਾ ਅਰਥ ਹੈ ਕੋਈ ਐਸੀ ਦੁਨੀਆ ਦੀ ਵਸਤੂ ਪਦਾਰਥ ਨਹੀਂ ਹੈ ਜੋ ਇੱਥੋਂ ਨਾ ਮਿਲ ਸਕਦਾ ਹੋਵੇ, ਜੋ ਇੱਥੋਂ ਨਾ ਮਿਲ ਸਕਦਾ ਹੋਵੇ। ਪਰ ਤੈਨੂੰ ਵਿਸ਼ਵਾਸ ਹੈ ਕਿ ਨਹੀਂ? ਗੱਲ ਇੱਥੇ ਖੜੀ ਹੈ। ਤੈਨੂੰ ਵਿਸ਼ਵਾਸ ਹੈ ਕਿ ਨਹੀਂ ਆਪਣੇ ਪਿਤਾ ਉੱਤੇ, ਆਪਣੇ ਗੁਰੂ ਉੱਤੇ, ਆਪਣੇ ਘਰ ਉੱਤੇ? ਤੇਰਾ ਹੀ ਤਾਂ ਘਰ ਹੈ ਨਾ, ਇਹ ਗੁਰੂ ਦਾ ਘਰ ਤੇਰਾ ਹੈ। ਜੇ ਤੂੰ ਗੁਰੂ ਦਾ ਸਿੱਖ ਹੈ, ਜੇ ਤੂੰ ਗੁਰੂ ਦਾ ਪਿਆਰਾ ਹੈ, ਕੋਈ ਵੀ ਆ ਜਾਵੇ ਇਸ ਦਰਬਾਰ ਤੋਂ, ਹਿੰਦੂ ਆਵੇ, ਮੁਸਲਮਾਨ ਆਵੇ, ਕੋਈ ਈਸਾਈ ਆਵੇ, ਸਿੱਖ ਆਵੇ, ਜੇ ਪੂਰਨ ਭਰੋਸਾ ਹੈ ਗੁਰੂ ਉੱਤੇ, ਇੱਥੋਂ ਬਹੁਤ ਕੁਝ ਪ੍ਰਾਪਤ ਕਰਕੇ ਲੈ ਜਾਂਦਾ ਏ। ਪਰ ਗੁਰੂ ਕੇ ਸਿੱਖਾ, ਤੈਨੂੰ ਤੇ ਗੁਰੂ ਨੇ ਇਹ ਮਾਣ ਦਿੱਤਾ ਏ, ਤੈਨੂੰ ਤੇ ਆਪਣਾ ਪੁੱਤਰ ਬਣਾਇਆ ਏ, ਤੈਨੂੰ ਤਾਂ ਇਹ ਖੁੱਲ ਵੀ ਦਿੱਤੀ ਹੈ ਕਿ ਜੇ ਤੂੰ ਭੁੱਲ ਗਿਆ ਸੀ, ਅੱਜ ਤੱਕ ਤੂੰ ਭੁੱਲਾਂ ਕਰਦਾ ਰਿਹਾ ਏ, ਗਲਤੀਆਂ ਕਰਦਾ ਰਿਹਾ ਏ, ਫੇਰ ਵੀ ਇਹ ਪਿਤਾ ਤੈਨੂੰ ਬਖਸ਼ਣ ਨੂੰ ਤਿਆਰ ਹੈ। ਜੇ ਅੱਜ ਵੀ ਸਮਝ ਜਾਵੇਂ, ਅੱਜ ਵੀ ਮੁੜ ਆਵੇਂ। ਇਹ ਆਵਾਜ਼ਾਂ ਮਾਰ ਕੇ ਕਹਿ ਰਿਹਾ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੈ। ਇਹ ਤਾਂ ਪਿਤਾ ਹੈ। ਤੂੰ ਆਪਣੇ ਪਿਤਾ ਦੇ ਘਰ ਚ ਝਾਤ ਮਾਰ ਕੇ ਵੇਖਿਆ ਕਿ ਨਹੀਂ ਵੇਖਿਆ? ਤੈਨੂੰ ਕੁਝ ਨਜ਼ਰ ਆਇਆ ਕਿ ਨਹੀਂ ਨਜ਼ਰ ਆਇਆ? ਇਹ ਤਾਂ ਤੇਰੀ ਸੋਚ ਤੇ ਨਿਰਭਰ ਹੈ। ਪਰ ਤੇਰੇ ਪਿਤਾ ਦੇ ਘਰ ਚ ਕਿਸੇ ਗੱਲ ਦਾ ਘਾਟਾ ਨਹੀਂ। ਇਹ ਘਰ ਤਾਂ ਤੈਨੂੰ ਦਿੱਤਾ ਹੈ ਸਤਿਗੁਰੂ ਜੀ ਨੇ, ਜਿਸ ਘਰ ਬਾਰੇ ਕਿਹਾ ਜਾਂਦਾ, ਨਾਨਕ ਕੈ ਘਰ ਸਦਾ ਆਨੰਦ, ਜਿੱਥੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਵੇਖ ਕਿਸੇ ਗੱਲ ਦਾ ਘਾਟਾ ਨਹੀਂ। ਕਦੀ ਤੂੰ ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਤਾਂ ਵੇਖ। ਸਤਿਗੁਰੂ ਤਾਂ ਆਵਾਜ਼ਾਂ ਮਾਰ ਕੇ ਕਹਿੰਦੇ ਨੇ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਕਹਿੰਦੇ ਵੇਖੋ ਨਾ, ਜਦ ਮੈਂ ਆਪਣੇ ਗੁਰੂ ਪਿਤਾ ਦੇ ਖਜ਼ਾਨੇ ਨੂੰ ਖੋਲ ਕੇ ਵੇਖਿਆ, ਉਦੋਂ ਮੈਂ ਹੈਰਾਨ ਹੋ ਗਿਆ ਕਿ ਇੱਥੇ ਤਾਂ ਬੇਅੰਤ ਖਜ਼ਾਨੇ ਭਰੇ ਹੋਏ ਨੇ। ਰਤਨ ਲਾਲ ਜਾਕਾ ਕਛੂ ਨਾ ਮੋਲ, ਕਹਿੰਦੇ ਐਸੇ ਐਸੇ ਰਤਨ ਭਰੇ ਹੋਏ ਨੇ, ਭਰੇ ਭੰਡਾਰ ਅਖੂਟ ਅਤੋਲ। ਅਖੂਟ ਦਾ ਅਰਥ ਹੈ ਜੋ ਕਦੀ ਖੁੱਟ ਹੀ ਨਹੀਂ ਸਕਦਾ, ਜੋ ਕਦੀ ਮੁੱਕ ਹੀ ਨਹੀਂ ਸਕਦਾ, ਤੇ ਜਿਹਦੀ ਕੋਈ ਤੋਲ ਨਹੀਂ ਹੈ। ਅਖੂਟ ਅਤੋਲ, ਕਿਸੇ ਦਾ ਖਜ਼ਾਨਾ ਤੋਲਣ ਵਿੱਚ ਆ ਸਕਦਾ ਹੈ। ਕਿਸੇ ਦੇ ਕੋਲ ਕੋਈ ਪਦਾਰਥ ਹੈ, ਤੋਲਿਆ ਜਾ ਸਕਦਾ ਹੈ। ਕਿਸੇ ਦੇ ਜ਼ਮੀਨ ਖੇਤਾਂ 'ਚ ਬੇਅੰਤ ਅਨਾਜ ਹੋਇਆ ਹੈ, ਉਹ ਵੀ ਤੋਲਿਆ ਜਾ ਸਕਦਾ ਹੈ। ਕਿਸੇ ਦੇ ਖਜ਼ਾਨੇ 'ਚ ਦੌਲਤ ਭਰੀ ਹੋਈ ਹੈ, ਉਹ ਵੀ ਗਿਣੀ ਜਾ ਸਕਦੀ ਹੈ, ਮਿੱਥੀ ਜਾ ਸਕਦੀ ਹੈ। ਦੌਲਤ ਤੋਲੀ ਜਾ ਸਕਦੀ ਹੈ। ਕੋਈ ਤੋਲ ਹੋ ਸਕਦਾ ਹੈ, ਕੋਈ ਨਾਪ ਹੋ ਸਕਦਾ ਹੈ, ਕੋਈ ਅੰਦਾਜ਼ਾ ਹੋ ਸਕਦਾ ਹੈ। ਪਰ ਕਹਿੰਦੇ ਮਾਲਕ ਵਾਹਿਗੁਰੂ ਜੀ ਦੇ ਖਜ਼ਾਨੇ ਦਾ ਕੋਈ ਅੰਦਾਜ਼ਾ ਨਹੀਂ, ਕੋਈ ਤੋਲ ਨਹੀਂ। ਉਹ ਕਦੀ ਮੁੱਕਦਾ ਹੀ ਨਹੀਂ ਹੈ। ਕਦੀ ਵਿਸ਼ਵਾਸ ਤਾਂ ਕਰ ਆਪਣੇ ਪਿਤਾ ਦੇ ਉੱਤੇ। ਕਦੀ ਇੱਥੋਂ ਉਹ ਵਪਾਰ ਕਰਨ ਲਈ
ਕੁਝ ਪ੍ਰਾਪਤ ਕਰਨ ਦੀ ਬਿਰਤੀ ਲੈ ਕੇ ਤਾਂ ਆ। ਗੁਰੂ ਨੇ ਤੇ ਤੇਰੇ ਲਈ ਖਜ਼ਾਨੇ ਖੋਲੇ ਹੋਏ ਨੇ। ਤੁਸੀਂ ਵੇਖੋ ਨਾ, ਦੁਨੀਆ ਦੇ ਵੀ ਕੁਝ ਖਜ਼ਾਨੇ ਹੁੰਦੇ ਨੇ। ਇੱਥੇ ਤਾਂ ਕਿਹਾ ਜਾ ਰਿਹਾ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਝ ਹੈ, ਇੱਥੇ ਤਾਂ ਸਭ ਕੁਝ ਹੈ। ਪਰ ਫੇਰ ਵੀ ਦੁਨੀਆ ਦੇ ਵਿੱਚ ਐਸੇ ਲੋਕ ਵੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਕੋਲ ਵੀ ਬਹੁਤ ਕੁਝ ਹੈ। ਸਭ ਕੁਝ ਨਾ ਹੋਵੇ ਪਰ ਬਹੁਤ ਕੁਝ ਹੈ। ਐਸੇ ਐਸੇ ਲੋਕ ਵੀ ਦੱਸੇ ਜਾਂਦੇ ਨੇ ਜਿਨ੍ਹਾਂ ਦੇ ਕਮਰੇ ਨੋਟਾਂ ਨਾਲ ਭਰੇ ਹੋਏ ਨੇ, ਖਜ਼ਾਨੇ ਭਰੇ ਹੁੰਦੇ ਨੇ। ਪਰ ਕਹਿੰਦੇ ਨੇ ਐਸਾ ਹੁੰਦਾ ਦੁਨੀਆ ਦੇ ਖਜ਼ਾਨਿਆਂ ਨੂੰ ਲੋਕ ਤਾਲਾ ਲਾ ਕੇ ਰੱਖਦੇ ਨੇ। ਉੱਥੇ ਤਾਲੇ ਵੱਜੇ ਹੁੰਦੇ ਨੇ, ਤਾਲੇ ਲੱਗੇ, ਜੰਦਰੇ ਲੱਗੇ ਹੁੰਦੇ ਨੇ। ਕਿਉਂ ਲੱਗੇ ਹੁੰਦੇ ਨੇ ਤਾਲੇ? ਲੋਕ ਆਪਣੇ ਖਜ਼ਾਨੇ ਨੂੰ ਕਿਉਂ ਲੁਕੋ ਲੁਕੋ ਕੇ ਰੱਖਦੇ ਨੇ? ਕਿਉਂਕਿ ਇੱਕ ਡਰ ਹੁੰਦਾ ਹੈ ਕਿ ਕਿਤੇ ਕੋਈ ਖੋ ਨਾ ਲਵੇ, ਕੋਈ ਲੁੱਟ ਕੇ ਨਾ ਲੈ ਜਾਵੇ। ਫਿਰ ਵੰਡਣ ਲੱਗਿਆਂ ਵੀ, ਦੇਣ ਲੱਗਿਆਂ ਵੀ ਲੋਕ ਬੜਾ ਸੰਕੋਚ ਕਰਕੇ ਦਿੰਦੇ ਨੇ। ਹੋਰ ਪਾਸੇ ਨਾ ਵੀ ਸੰਕੋਚ ਕਰਨ। ਕਈ ਵਾਰੀ ਮੈਂ ਵੇਖਦਾ 5 ਸਟਾਰ ਹੋਟਲਾਂ ਦੇ ਵਿੱਚ ਕੋਈ ਬੱਚਿਆਂ ਦੀ ਰਿੰਗ ਸੈਰੇਮਨੀ ਰੱਖ ਰਿਹਾ ਹੈ, ਕੋਈ ਹੋਰ ਰਿਸ਼ਤੇ ਦੇ ਵੇਲੇ ਕਈ ਪਾਰਟੀਆਂ 5 ਸਟਾਰ ਹੋਟਲਾਂ ਦੇ ਵਿੱਚ। ਤੇ ਉੱਥੇ ਕੀ ਵੇਖਿਆ ਜਾਵੇਗਾ? ਜਿਤਨੀ ਮਹਿੰਗੀ ਪਲੇਟ ਉਤਨਾ ਮਹਿੰਗਾ ਵਿਖਾਵਾ। ਬਾਹਰ ਜੇ ਜੋ ਰੋਟੀ ਕੀਤੀ ਜਾਂਦੀ ਹੋ ਸਕਦਾ ਹੈ 200 ਜਾਂ 300 ਰੁਪਏ ਪਲੇਟ, ਪਰ 5 ਸਟਾਰ ਹੋਟਲਾਂ ਦੇ ਚ ਹਜ਼ਾਰਾਂ ਦੇ ਵਿੱਚ, ਤੇ ਉੱਥੇ ਲੱਖਾਂ ਖਰਚ ਕਰਨੇ ਨੇ। ਪਰ ਉੱਥੇ ਵੀ ਇੱਕ ਗੱਲ ਸੋਚ ਲੈਣਾ, ਜੇ ਕਿਤੇ ਗੁਰੂ ਘਰ ਵਾਲੀ ਗੱਲ ਆਈ ਨਾ ਤੇ ਬੰਦਾ ਉੱਥੇ ਸਿਆਣਪ ਕਰਦਾ, ਚਲਾਕੀ ਕਰਦਾ ਹੈ। ਆਨੰਦ ਕਾਰਜ ਦਾ ਸਮਾਂ ਹੋਵੇਗਾ, ਰਾਗੀ ਸਿੰਘਾਂ ਨੂੰ ਭੇਟਾ ਦੇਣੀਆਂ ਨੇ, ਇੱਕ ਲਿਫਾਫਾ ਲੈ ਕੇ ਆਉਣਾ ਹੈ। ਦੁਨੀਆ ਨੂੰ ਸਟੇਟਸ ਵਿਖਾਉਣਾ ਹੈ 5 ਸਟਾਰ ਹੋਟਲ ਵਾਲਾ। ਜੋ ਕੰਮ ਲੱਖ ਰੁਪਏ ਚ ਹੋ ਸਕਦਾ ਸੀ ਉੱਥੇ ਖਰਚ ਕਰਨੇ ਨੇ 20 ਲੱਖ। ਪਰ ਜਿੱਥੇ ਗੁਰੂ ਦਰਬਾਰ ਦੀ ਗੱਲ ਆਉਣੀ ਹੈ ਨਾ, ਗੁਰੂ ਦਰਬਾਰ ਲਈ ਕੋਈ ਦਸਵੰਦੀ ਭੇਟਾ ਕੱਢਣੀ ਹੈ, ਉਦੋਂ ਲਿਫਾਫੇ ਲੱਭਣੇ ਨੇ। ਤੇ ਲਿਫਾਫੇ ਚ ਕਿਸ ਨੇ ਕੀ ਵੇਖਣਾ ਹੈ? ਰਾਗੀ ਸਿੰਘਾਂ ਨੂੰ 500 ਰੱਖ ਦੋ, 1000 ਰੱਖ ਦੋ, ਕਿਹਨੇ ਵੇਖਣਾ ਹੈ? ਹੁਣ ਉੱਥੇ ਨਹੀਂ ਗੱਲ ਆਈ। ਜੇ ਉੱਥੇ 20 ਲੱਖ ਖਰਚ ਕਰ ਰਿਹਾ, ਇੱਥੇ ਵੀ ਕੋਈ ਸੋਚਦਾ? ਅਰਦਾਸ ਦੇਣੀ ਹੈ, ਲਿਫਾਫੇ ਚ ਪਾ ਕੇ 100 ਰੁਪਈਆ ਫੜਾ ਦੇਣੀ ਹੈ। ਗੱਲ ਇਹ ਨਹੀਂ ਕਿ ਜ਼ਰੂਰੀ ਭੇਟਾ ਇਤਨੀ ਦਿੱਤੀ ਜਾਵੇ ਜਾਂ ਉਤਨੀ। ਪਰ ਭਰਾਵਾ ਇਹ ਵੀ ਤਾਂ ਸੋਚਣਾ, ਤੂੰ ਦੁਨੀਆ ਦਾ ਵਪਾਰੀ ਹੈ, ਵਪਾਰ ਵਾਲੀ ਦ੍ਰਿਸ਼ਟੀ ਰੱਖਦਾ ਹੈ। ਤੇ ਜੇ ਵਪਾਰ ਵਾਲੀ ਦ੍ਰਿਸ਼ਟੀ ਰੱਖਦਾ ਹੈ, ਜੋ ਕੰਮ ਤੇਰਾ ਬਾਹਰ ਇਤਨੇ ਚ ਹੋ ਸਕਦਾ ਸੀ ਪਰ ਵਿਖਾਵਾ ਕਰ ਰਿਹਾ ਹੈ, ਤੇ ਉੱਥੇ ਤੂੰ 20 ਲੱਖ ਖਰਚ ਕਰਨ ਨੂੰ ਰਾਜੀ ਹੈ। ਪਰ ਇੱਥੇ 20,000 ਖਰਚ ਕਰਨ ਲੱਗੇ ਆ 10 ਵਾਰੀ ਕਹਿੰਦਾ ਜੀ ਲੋਕ ਤਾਂ ਬਾਣੀ ਵੇਚਦੇ ਨੇ। ਭਰਾਵਾ ਬਾਣੀ ਵੇਚਦੇ ਨੇ? ਬਾਣੀ ਤਾਂ ਵੇਚ ਹੀ ਨਹੀਂ ਸਕਦੀ। ਕੀ ਤੇਰੇ ਅੰਦਰ ਇਤਨੀ ਜੁਰਤ ਆ ਗਈ ਹੈ ਕਿ ਤੂੰ ਬਾਣੀ ਨੂੰ ਖਰੀਦ ਸਕਦਾ ਹੈ? ਤੇਰੇ 20,000 ਦੇਣ ਨਾਲ ਜਾਂ 200 ਰੁਪਏ ਦੇਣ ਨਾਲ ਗੁਰੂ ਖਰੀਦਿਆ ਜਾਵੇਗਾ, ਬਾਣੀ ਖਰੀਦੀ ਜਾਵੇਗੀ? ਕਿਉਂਕਿ ਹੋ ਸਕਦਾ ਹੈ ਅਗਲੇ ਨੇ ਬਾਣੀ ਵੇਚਣ ਦੀ ਗੱਲ ਨਾ ਕੀਤੀ ਹੋਵੇ, ਉੱਥੇ ਤਾਂ ਭੇਟਾ ਵਾਲੀ ਗੱਲ ਹੋਵੇ। ਪਰ ਇੱਥੇ ਤੂੰ ਵੇਚਣ ਤੇ ਖਰੀਦਣ ਦੀ ਗੱਲ ਕਰ ਰਿਹਾ ਹੋਵੇਂ, ਕਿਉਂਕਿ ਵਪਾਰੀ ਹੈ ਨਾ, ਹਰ ਇੱਕ ਚੀਜ਼ ਨੂੰ ਵਪਾਰ ਵਾਲੀ ਦ੍ਰਿਸ਼ਟੀ ਨਾਲ ਵੇਖਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਵੇਖ, ਬਾਹਰ ਭਟਕਦਾ ਹੈ, ਡਰ ਲੱਗਿਆ ਰਹਿੰਦਾ ਤੈਨੂੰ। ਕਿਸੇ ਨੂੰ ਕੁਝ ਦੇਣ ਲੱਗਿਆਂ ਵੀ ਸੋਚਦਾ ਹੈ ਖਜ਼ਾਨੇ ਨਾ ਖਾਲੀ ਹੋ ਜਾਣ। ਪਰ ਕਦੀ ਉਹਦੇ ਬਾਰੇ ਸੋਚਿਆ ਜੋ ਤੈਨੂੰ ਇਤਨਾ ਕੁਝ ਦੇ ਰਿਹਾ ਹੈ? ਕਦੀ ਉਸ ਵੱਡੇ ਪਿਤਾ ਦੇ ਘਰ 'ਚ ਝਾਤ ਮਾਰੀ ਆ? ਉਹਨੇ ਤਾਂ ਆਪਣੇ ਖਜ਼ਾਨਿਆਂ ਨੂੰ ਤਾਲੇ ਨਹੀਂ ਲਾਏ।
ਉਹਦੇ ਘਰ ਉਹਦੇ ਵਿਹੜੇ 'ਚ ਵੜ ਕੇ ਵੇਖ ਕਿਸੇ ਵੇਲੇ, ਉਹਨੇ ਤੇ ਸਾਹਮਣੇ ਹੱਥ ਦੀ ਤਲੀ ਤੇ ਸਾਰਾ ਖਜ਼ਾਨਾ ਰੱਖਿਆ ਹੋਇਆ ਹੈ। ਉਹ ਵਿਖਾ ਕੇ ਤਾਂ ਤੈਨੂੰ ਦੇ ਰਿਹਾ ਹੈ। ਸਭ ਨਿਧਾਨ, ਸਭ ਨਿਧਾਨ ਦਾ ਅਰਥ ਹੈ ਸਾਰੇ ਖਜ਼ਾਨੇ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਉਹਨੇ ਹੱਥ ਤੇ ਸਾਰਾ ਕੁਝ ਰੱਖਿਆ ਹੋਇਆ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਉਥੇ ਕਿਤੇ ਡਰ ਹੈ? ਉਥੇ ਕਿਉਂ ਡਰ ਹੋਵੇਗਾ? ਕਿਉਂਕਿ ਉਹ ਖਜ਼ਾਨਾ ਤੇ ਕਦੀ ਮੁੱਕਦਾ ਹੀ ਨਹੀਂ ਹੈ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹਿ ਖਰਚ ਧਨ ਮਾਲ। ਉਹ ਖਜ਼ਾਨਾ ਤੇ ਐਸਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਅਦ ਨਿਧਾਨਾ। ਤੇ ਕਹਿੰਦੇ ਹੱਦ ਹੋ ਗਈ ਲਾਲ, ਰਤਨ ਲਾਲ ਜਾਕਾ ਕਛੂ ਨਾ ਮੋਲ। ਕੋਈ ਮੁੱਲ ਪਾ ਹੀ ਨਹੀਂ ਸਕਦਾ ਉਹਦੀ ਦਾਤਾਂ ਦਾ ਭਰੇ ਭੰਡਾਰ। ਅਖੂਟ ਅਤੋਲ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕੋਈ ਤੋਟਾ ਨਹੀਂ, ਤੋਟ ਸਾਡੇ ਖਜ਼ਾਨਿਆਂ ਚ ਆ ਸਕਦੀ ਹੈ। ਫਿਰ ਇੱਕ ਗੱਲ ਹੋਰ ਸਮਝ ਲੈਣਾ, ਐਸੇ ਗੁਰੂ ਦੇ ਹੁੰਦਿਆਂ ਤੇ ਐਸੇ ਗੁਰੂ ਦੇ ਖਜ਼ਾਨਾ ਹੁੰਦਿਆਂ ਜੇ ਕੋਈ ਭੁੱਖਾ ਮਰ ਰਿਹਾ ਹੈ, ਜੇ ਕੋਈ ਤੜਪ ਰਿਹਾ ਹੈ, ਤੇ ਫਿਰ ਉਹਦੀ ਆਪਣੀ ਗਲਤੀ ਹੋਵੇਗੀ, ਆਪਣੀ ਘਾਟ ਹੋਵੇਗੀ। ਉਹਦੇ ਗੁਰੂ ਪਿਤਾ ਕੋਲ ਕਿਸੇ ਗੱਲ ਦਾ ਘਾਟਾ ਨਹੀਂ ਹੈ। ਉਹ ਤੇ ਵਾਜਾਂ ਮਾਰ ਮਾਰ ਕੇ ਦਿੰਦਾ ਏ, ਜੋ ਮੰਗੋ ਸੋ ਪਾਉ ਰੇ ਆਪਣੇ ਖਸਮ ਭਰੋਸਾ। ਹੁਣ ਗੱਲ ਤਾਂ ਭਰੋਸੇ ਦੀ, ਵਿਸ਼ਵਾਸ ਦੀ। ਤੈਨੂੰ ਆਪਣੇ ਗੁਰੂ ਉੱਤੇ ਵਿਸ਼ਵਾਸ ਬਣਿਆ ਕਿ ਨਹੀਂ? ਤੈਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਉੱਤੇ, ਗ੍ਰੰਥ ਤੇ ਪੰਥ ਉੱਤੇ ਵਿਸ਼ਵਾਸ ਬਣਿਆ ਹੈ ਕਿ ਨਹੀਂ? ਗੱਲ ਤਾਂ ਇੱਥੇ ਖੜੀ ਹੈ। ਜਿਨ੍ਹਾਂ ਨੂੰ ਆਪਣੇ ਗ੍ਰੰਥ ਅਤੇ ਪੰਥ ਉੱਤੇ ਵਿਸ਼ਵਾਸ ਭਰੋਸਾ ਹੈ, ਉਹ ਬਾਹਰ ਭਟਕਣ ਨਹੀਂ ਜਾਂਦੇ, ਉਹ ਬਾਹਰ ਦੇ ਮੰਗਤੇ ਨਹੀਂ ਮੰਨਦੇ। ਉਹ ਮੜੀਆਂ ਮਸਾਣਾ ਉੱਤੇ, ਉਹ ਜਾਦੂ ਟੋਨੇ ਕਰਨ ਵਾਲੇ ਤਾਂਤਰਿਕਾਂ ਕੋਲ, ਉਹ ਹੋਰ ਬਾਹਰ ਦੇ ਲੋਕਾਂ ਕੋਲ ਮੰਗਣ ਨਹੀਂ ਜਾਂਦੇ। ਜੇ ਘਰ ਹੁੰਦੇ ਮੰਗਣ ਜਾਈਏ ਉਲਾਮਾ ਮਿਲੈ ਤਹੀਂ। ਕਹਿੰਦੇ ਉੱਥੇ ਤੇ ਉਲਾਮੇ ਮਿਲਣਗੇ। ਫਿਰ ਤੇਰੇ ਘਰ 'ਚ ਸਭ ਕੁਝ ਹੈ, ਘਰ ਤਾਂ ਤੇਰਾ ਸਭ ਕੁਝ ਹੈ। ਕੀ ਨਹੀਂ ਹੈ ਤੇਰੇ ਘਰ 'ਚ? ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੇਗਾ ਉਹ ਇੱਥੋਂ ਤੈਨੂੰ ਮਿਲੇਗਾ, ਪਰ ਵਿਸ਼ਵਾਸ ਪੱਕਾ ਹੋਣਾ ਜ਼ਰੂਰੀ ਹੈ। ਐਸਾ ਤਾਂ ਨਾ ਹੋਵੇ ਨਾ ਕਿ ਮੱਥਾ ਟੇਕ ਰਿਹਾ ਹੋਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਦਾਵਾ ਕਰ ਰਿਹਾ ਹੋਵੇਂ ਪੰਥ ਮੇਰਾ, ਪੰਥ ਮੇਰਾ, ਤੇ ਨਾ ਤੈਨੂੰ ਗ੍ਰੰਥ ਉੱਤੇ ਵਿਸ਼ਵਾਸ, ਨਾ ਤੈਨੂੰ ਪੰਥ ਉੱਤੇ ਵਿਸ਼ਵਾਸ। ਕੇਵਲ ਆਪਣੇ ਅਹੁਦਿਆਂ ਲਈ, ਗੱਦੀਆਂ ਲਈ, ਆਪਣਾ ਘਰ ਭਰਨ ਦੀ ਨੀਅਤ ਨਾਲ ਹੋਰ ਲੋਕਾਂ ਦਾ ਮੰਗਤਾ ਬਣਿਆ ਹੋਵੇ। ਨਾ ਪੰਥ ਉੱਤੇ ਵਿਸ਼ਵਾਸ ਭਰੋਸਾ, ਨਾ ਗ੍ਰੰਥ ਉੱਤੇ ਵਿਸ਼ਵਾਸ ਭਰੋਸਾ। ਸਤਿਗੁਰੂ ਜੀ ਕਹਿੰਦੇ ਫੇਰ ਤਾਂ ਇਹ ਗੱਲ ਉਹੀ ਹੋ ਗਈ ਕਿ ਘਰ ਦੇ ਚ ਸਭ ਕੁਝ ਹੁੰਦਿਆਂ ਬਾਹਰ ਮੰਗਣ ਚਲਾ ਗਿਆ। ਤੇ ਜਿਹੜਾ ਬਾਹਰ ਮੰਗਣ ਜਾਂਦਾ ਹੈ ਨਾ, ਉਹ ਆਪਣੇ ਪਿਓ ਨੂੰ ਵੀ ਉਲਾਮੇ ਦਿਵਾਉਂਦਾ ਹੈ, ਤਾਨੇ ਮਿਹਣੇ ਦਿਵਾਉਂਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ, ਰੇ ਜੀ ਨਿਲਜ ਲਾਜ ਤੋਹਿ ਨਾਹੀ, ਹਰ ਤਜ ਤਤ ਕਾਹੂ ਕਹਿ ਜਾਹੀ। ਕਹਿੰਦੇ ਹੈਰਾਨਗੀ ਦੀ ਗੱਲ ਹੈ, ਐ ਜੀਵ ਨਿਰਲਜ, ਤੈਨੂੰ ਲਾਜ ਨਹੀਂ ਆਈ? ਤੂੰ ਵਾਹਿਗੁਰੂ ਨੂੰ, ਗੁਰੂ ਨੂੰ ਛੱਡ ਕੇ ਕਿਤੇ ਹੋਰ ਮੰਗਣ ਚਲਾ ਗਿਆ। ਜਾਕਾ ਠਾਕੁਰ ਉੱਚਾ ਹੋਈ, ਸੋ ਘਰ ਪਰ ਘਰ ਜਾਤ ਨਾ ਸੋਈ, ਸੋ ਜਨ ਪਰ ਘਰ ਜਾਤ ਨਾ ਸੋਈ। ਕਹਿੰਦੇ ਜਿਹਦਾ ਮਾਲਕ ਇਤਨਾ ਵੱਡਾ ਹੋਵੇ, ਜਿਹਦਾ ਘਰ ਭਰਿਆ ਹੋਵੇ, ਜਿਸ ਘਰ ਬਾਰੇ ਕਿਹਾ ਜਾ ਰਿਹਾ ਏ, ਕਹਿੰਦੇ ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ।
ਜਿੱਥੇ ਭੰਡਾਰੇ ਭਰੇ ਹੋਣ ਤੇ ਉਸ ਘਰ ਨੂੰ ਛੱਡ ਕੇ ਕਿਤੇ ਹੋਰ ਮੰਗਣ ਜਾਵੇਂ ਨਾ ਤੇ ਤੈਨੂੰ ਲਾਜ ਆਉਣੀ ਚਾਹੀਦੀ ਹੈ। ਤੂੰ ਆਪਣੇ ਪਿਤਾ ਦਾ ਸਿਰ ਵੀ ਨੀਵਾਂ ਕਰਵਾ ਦਿੰਦਾ ਹੈ। ਤੁਸੀਂ ਦੇਖਦੇ ਹੋ ਦੁਨਿਆਵੀ ਪਿਤਾ ਵੀ ਕਹਿ ਦਿੰਦਾ ਹੈ ਨਾ ਆਪਣੇ ਪੁੱਤਰ ਨੂੰ, ਜੇ ਕਿਤੇ ਬਾਹਰ ਮੰਗਣ ਚਲਾ ਜਾਵੇ ਤੇ ਪਿਤਾ ਕਹਿੰਦਾ ਹੈ ਆਪਣੇ ਪੁੱਤਰ ਨੂੰ ਕਿ ਬੱਚੇ ਸਭ ਕੁਝ ਘਰ 'ਚ ਤੇਰੇ ਲਈ ਸੀ, ਤੂੰ ਗੁਆਂਢੀਆਂ ਕੋਲ ਮੰਗਣ ਚਲਾ ਗਿਆ, ਤੂੰ ਤੇ ਮੇਰਾ ਵੀ ਸਿਰ ਨੀਵਾਂ ਕਰਾ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਘਰ ਹੁੰਦੇ ਰਤਨ ਪਦਾਰਥ, ਘਰ ਦੇ ਚ ਰਤਨ ਪਦਾਰਥ ਹੋਣ, ਘਰ ਹੁੰਦੇ ਰਤਨ ਪਦਾਰਥ, ਭੂਖੇ ਭਾਗਹੀਣ, ਫਿਰ ਵੀ ਭੁੱਖੇ ਨੇ ਭਾਗਾਂ ਤੋਂ ਹੀਣੇ ਮਨੁੱਖ, ਅਭਾਗੇ ਕਹਾਂਗੇ ਨਾ ਉਹਨਾਂ ਨੂੰ। ਘਰ ਚ ਰਤਨ ਪਦਾਰਥ ਹੋਣ ਤੇ ਫਿਰ ਵੀ ਭੁੱਖੇ ਹੋਣ, ਭਾਗਾਂ ਤੋਂ ਹੀਣ, ਐਸੇ ਬੰਦੇ ਕਿਉਂ ਨੇ ਭੁੱਖੇ? ਕਹਿੰਦੇ ਭੂਖੇ ਭਾਗਹੀਣ ਹਰ ਦੂਰੇ। ਵਾਹਿਗੁਰੂ ਨੂੰ ਉਹਨਾਂ ਨੇ ਦੂਰ ਸਮਝ ਲਿਆ ਹੈ, ਪਰਮਾਤਮਾ ਨੂੰ ਉਹਨਾਂ ਨੇ ਦੂਰ ਸਮਝ ਲਿਆ ਹੈ, ਤਾਂ ਉਹ ਭੁੱਖੇ ਮਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਜੇ ਵਪਾਰ ਕਰਨਾ ਹੈ ਨਾ, ਨਾਮ ਦਾ ਵਪਾਰ ਕਰ। ਜੇ ਦੁਨਿਆਵੀ ਵਪਾਰ ਵੀ ਕਰਨੇ ਹੈ ਨਾ, ਉਸ ਵਪਾਰ ਦੇ ਚ ਨਾਮ ਨੂੰ ਸ਼ਾਮਲ ਕਰ ਲੈ। ਉਸ ਵਪਾਰ ਦੇ ਵਿੱਚ ਗੁਰੂ ਉੱਤੇ ਵਿਸ਼ਵਾਸ ਤੇ ਭਰੋਸੇ ਨੂੰ ਸ਼ਾਮਲ ਕਰ ਲੈ। ਫਿਰ ਤੇਰੇ ਵਪਾਰ, ਤੇਰੇ ਕਾਰੋਬਾਰ, ਤੇਰੇ ਘਰ-ਬਾਰ ਦਾ ਸੰਬੰਧ ਉਸ ਘਰ ਨਾਲ ਜੁੜ ਜਾਵੇਗਾ ਜਿਸ ਘਰ ਬਾਰੇ ਕਿਹਾ ਜਾਂਦਾ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇ ਸੋ ਪਾਵੇ, ਜਿਹਨੂੰ ਇਹ ਦੇਵੇ ਉਹਨੂੰ ਸਭ ਕੁਝ ਮਿਲ ਜਾਂਦਾ ਹੈ। ਪਰ ਤੂੰ ਸੰਬੰਧ ਤਾਂ ਜੋੜ, ਤੂੰ ਪਿਤਾ ਤਾਂ ਬਣਾ, ਸਭ ਕੁਝ ਤੈਨੂੰ ਮਿਲ ਜਾਵੇਗਾ। ਐਸਾ ਤਾਂ ਨਾ ਹੋਵੇ ਨਾ ਕਿ ਤੂੰ ਗੁਰੂ ਪਿਤਾ ਨਾਲ ਵੀ ਗੁਆਂਢੀਆਂ ਵਾਲਾ ਸੰਬੰਧ ਰੱਖੇ, ਤੇ ਫਿਰ ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿ ਦਿੰਦੇ ਨੇ ਆਂਬ ਕੀ ਸਦਰਕਤ ਮਿਟਤ ਆਂਬਲੀ ਖਾਏ, ਪਿਤਾ ਕਾ ਪਿਆਰ ਨਹਿ ਪਰੋਸੀ ਪੈ ਪਾਈ ਹੈ। ਅੰਬਾ ਖਾਣੀ, ਅੰਬਲੀ ਖਾਣ ਨਾਲ ਅੰਬ ਵਰਗਾ ਮਿੱਠਾ ਸਵਾਦ ਨਹੀਂ ਮਿਲ ਸਕਦਾ, ਤੇ ਗੁਆਂਢੀ ਤੋਂ ਪੜੋਸੀ ਤੋਂ ਪਿਤਾ ਵਾਲਾ ਪਿਆਰ ਨਹੀਂ ਮਿਲ ਸਕਦਾ। ਗੁਆਂਢੀ ਥੋੜਾ ਆਪਣੀ ਜਾਇਦਾਦ ਲਿਖ ਕੇ ਤੇਰੇ ਨਾਮ ਲਾ ਦੇਗਾ, ਪਰ ਪਿਤਾ ਤਾਂ ਇੱਕ ਛਿੰਦੇ ਚ ਸਭ ਕੁਝ ਦੇ ਦਿੰਦਾ ਹੈ। ਹੁਣ ਗੱਲ ਤਾਂ ਇਹ ਹੈ ਕਿ ਤੂੰ ਗੁਰੂ ਨੂੰ ਪਿਤਾ ਬਣਾਇਆ ਕਿ ਨਹੀਂ, ਪਿਤਾ ਸਮਝਿਆ ਕਿ ਨਹੀਂ। ਤੇ ਜੇ ਪਿਤਾ ਬਣਾ ਲਵੇਂ ਤੇ ਫਿਰ ਇਹ ਦਰਤਾ ਕਹਿੰਦਾ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਿਕ ਭੂਖ ਕੈਸੀ, ਨੌ ਨਿਦ ਨਾਮ ਨਿਧਾਨ ਗ੍ਰਹਿ ਤੇਰਾ, ਮਨ ਬਾਛਾ ਸੋ ਲਾਸੀ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਿਕ ਮੁਖ ਮੰਗੈ ਸੋ ਦੇਨਾ। ਜੋ ਮੰਗੇਗਾ ਉਹ ਮਿਲੇਗਾ, ਤੇ ਮੰਗਣ ਵਾਲਿਆਂ ਨੂੰ ਮਿਲਿਆ ਵੀ ਹੈ। ਭਾਵੇਂ ਕੋਈ ਵਪਾਰ ਹੀ ਕਰਨ ਦੀ ਦ੍ਰਿਸ਼ਟੀ ਨਾਲ ਆਇਆ, ਉਹਨੇ ਝੋਲੀ ਅੱਡ ਕੇ ਮੰਗਿਆ, ਵਿਸ਼ਵਾਸ ਕਰਕੇ ਮੰਗਿਆ, ਭਰੋਸਾ ਕਰਕੇ ਮੰਗਿਆ, ਤੇ ਫਿਰ ਮੰਗ ਕੇ ਭੁੱਲ ਨਹੀਂ ਗਿਆ। ਜੇ ਗੁਰੂ ਦਰਬਾਰ ਤੋਂ ਕਾਰੋਬਾਰ ਮਿਲ ਗਿਆ, ਘਰ-ਬਾਰ ਮਿਲ ਗਿਆ, ਉਹਨੇ ਜਦ ਤੱਕ ਵਪਾਰ ਕਰਦਿਆਂ ਵਾਹਿਗੁਰੂ ਗੁਰੂ ਨੂੰ ਚੇਤੇ ਰੱਖਿਆ, ਉਦੋਂ ਤੱਕ ਵਪਾਰ ਵੀ ਚੱਲਦਾ ਹੀ ਰਿਹਾ। ਪਰ ਜਿਉਂ ਹੀ ਗੁਰੂ ਵਾਹਿਗੁਰੂ ਨੂੰ ਭੁੱਲਿਆ, ਵਪਾਰ ਵੀ ਖੁੱਸਦਿਆਂ ਦੇਰ ਨਹੀਂ ਲੱਗਦੀ। ਘਟਨਾ ਇੱਕ ਚੇਤੇ ਆਈ, ਗੁਰੂ ਅਮਰਦਾਸ ਸਾਹਿਬ ਜੀ ਦਾ ਵੇਲਾ। ਇੱਕ ਗਰੀਬ ਸਿੱਖ ਹੋਇਆ ਗੰਗੂ, ਰਾਤ ਦਿਨ ਮਿਹਨਤ ਮਜ਼ਦੂਰੀ ਕਰਦਾ ਸੀ, ਪਰ ਪੂਰੀ ਰੋਟੀ ਵੀ ਨਹੀਂ ਸੀ ਮਿਲਦੀ। ਗੁਰੂ ਤੋਂ ਟੁੱਟਿਆ ਸੀ, ਵਾਹਿਗੁਰੂ ਤੋਂ ਟੁੱਟਿਆ ਸੀ। ਗੱਲ ਉਹੀ ਸੀ, ਘਰ ਹੁੰਦੇ ਰਤਨ ਪਦਾਰਥ, ਭੂਖੇ ਭਾਗਹੀਣ ਹਰ ਦੂਰੇ। ਵਾਹਿਗੁਰੂ ਨੂੰ ਦੂਰ ਸਮਝਿਆ ਸੀ, ਗੁਰੂ ਨੂੰ ਦੂਰ ਸਮਝਿਆ ਸੀ, ਰੋਟੀ ਤੋਂ ਵੀ ਮੁਹਤਾਜ ਸੀ। ਅੱਜ ਫਿਕਰਾਂ ਚ ਤੁਰਿਆ ਚਲਾ ਜਾ ਰਿਹਾ, ਅਚਾਨਕ ਕੀ ਵੇਖਦਾ ਹੈ ਕਿ ਹਲਵਾਈ ਦੀ ਦੁਕਾਨ ਦੇ ਸਾਹਮਣੇ ਦੋ ਬੱਚੇ ਨੇ ਆਪਸ ਵਿੱਚ ਲੜ ਰਹੇ ਨੇ। ਨੰਗ ਧੜੰਗ ਬੱਚੇ, ਕੱਪੜੇ ਵੀ ਨਹੀਂ ਪਾਏ। ਦੂਰੋਂ ਵੇਖ ਕੇ ਉਹ ਕਾਹਦੇ ਲਈ ਲੜ ਰਹੇ ਨੇ? ਕਿਸੇ ਨੇ ਦਹੀਂ ਥੋੜੀ ਜੀ ਤੇ ਮਠਿਆਈ ਦੋਨੇ ਚ ਸਿੱਟੀ, ਕਿਸੇ ਨੇ ਉਸ ਝੂਠ ਲਈ, ਝੂਠਣ ਲਈ ਬੱਚੇ ਲੜ ਰਹੇ ਨੇ।
सोचदा मना किहो जे नादान बच्चे ने, इउं भुखे लड़ रहे ने। पर जद नेड़े पहुंचिया की वेखदा, जिस बच्चे दी इहदे वल पिठ सी ना, वो इसे दा बच्चा सी। हिरदे नूं सੱਟ लगी, चोट पहुंची। ਜਿਹੜਾ ना गुरु नाल जुड़िया हुंदा है, वो चढ़दी कला च जांदा है। जे गुरु नाल जुड़िया हुंदा ते अंदर चढ़दी कला हुंदी भी अज तो होर ज्यादा मेहनत करनी है, गुरु का ओट आसरा लैके सब कुछ प्राप्त करना है। पर क्योंकि गुरु तो टुटे असी ढैंदी कला च चला गया। ऐसे लोग अक्सर जिहड़े गुरु ते वाहिगुरु तो टुटे ने ना, वो आत्म हत्या वल दौड़ते हैं। ते ऐसे ऐसे लोग तुसी वेखदे हो आप ते आत्म हत्या करते हैं, पर इतना डरे हुंदे ने कि पूरे परिवार नूं भी जहर दे के मार दिंदे ने। ये बड़े लोग ऐसे अज भी तुसी सुन पढ़ लैंदे हो कि परिवार दे 4 बच्चियां नूं, पत्नी नूं भी जहर दे दिता ते आप भी जहर खा के मर गया। कारण की है? जिहड़े वाहिगुरु ते गुरु तो टुटे ने, भागहीन ने, अभागे ने, ढैंदी कला वल चले जांदे ने। ते यही हालत गंगू दी सी। ढैंदी कला वल चला गया ते सोचदा मेरे जीण दा की लाभ, जे मेरे बच्चे नूं पूरी रोटी भी नहीं मिलती, भुखा बाहर लड़दा फिर रहा है, अज मर जाना, आत्म हत्या करने वाली गया। ब्यासा दरिया च छाल मार के मरन लगा। जिस वेले छाल मारन लगा, इथों गुरु अमरदास साहब जी का एक सिख निकल रहा सी, उन्हें बाहों फड़ के खिंच लिया। ये कहता मैनू मर जान दिओ। पुछया क्यों मरना चाहता है? ते जद पूरी गल दसी, उस सिख ने कह दिता कि हाले तैनू पूरे गुरु की प्राप्ति नहीं हुई। आ मैं तैनू ऐसे गुरु कोल लै चलदा जो कहता साचे साहिबा, क्या ना ही घर तेरा, घर तां तेरा सब कुछ है, जिस देह सो पावै। ये तां रोटी की गल छड्ड, वो तां ऐसा महान सतगुरु है, दुनिया नू वपार दिंदा, कारोबार दिंदा है। ते वपार कारोबार घर बार की गल तां छड्ड दे, जे उस गुरु की कोई गल मन लवे ना, पूरी सृष्टि का राज ही दे दिंदा है। तुसी वेखो ना, गुरु अमरदास साहब जी ने आवाज मार के कहा सी, श्लोक महला तीजा, हस्ती सिर ज्यों अंकश है, अहरण ज्यों सिर दे, मन तन आगे राख कै उभी सेव करे। इयों गुरमुख आप निवारी है, सब राज सृष्ट का ले। आप निवारिए, अपने हंकार नूं छड्ड के सतगुरु जी कहंदे तू गुरु कोल आ, गुरु दी सेवा ते सिमरन च जुड़ जा, इथों नाम रूपी धन प्राप्त कर ते फिर कर व्यापार, तैनूं पूरी सृष्टि का राज मिल जाएगा। मिलिया कि नहीं? तुसी वेखो ना, गुरु रामदास साहब जी का घर, 2 पुत्रां की गल जे केवल करिए ना, बाबा प्रथी चंद जी दी ते गुरु अर्जन देव साहब जी दी। हुण नाना गुरु तां प्रथी चंद दे भी सी ना, गुरु अमरदास साहब जी, पर प्रथी चंद ने ना ते पिता गुरु गुरु रामदास साहब जी की गल नूं कदी सुनिया ते ना ही गुरु अमरदास साहब जी नाना गुरु की गल नूं सुनिया। बाहर ही भजदा रहा अपना घर छड्ड के, ना उन्होंने ग्रंथ उत्ते भरोसा, ना उन्होंने सिख पंथ उत्ते भरोसा। वो कदी दौड़ के सुलही खान कोल जांदा है, कदी सुलभी खान कोल जांदा है, कदी चंदू दा पुजारी बनदा है। जो चंदू गुरु दा नहीं बन सकिया, वो पृथ्वी चंद दा किथे बन जाना सी। जिस बंदे ने वपारक दृष्टि नाल केवल वरतना जानिया होवे ना लोकां नूं, वो वरत ही लैंदा है। ते ऐसे लोग वरते जांदे ने जो अपने गुरु ग्रंथ साहब जी नूं, गुरु नूं छड्ड के, पंथ नूं छड्ड के किते होर जगह भटकदे ने, वरते जांदे ने। अज भी वरते जा रहे ने, उदों भी वरते गए। पृथ्वी चंद वरतिया गया, गुरु ग्रंथ पंथ गुरु दरबार नूं धोखा देण लई वरतिया गया।
ਪ੍ਰਿਥੀ ਚੰਦ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਦਰੋਹ ਕਮਾਇਆ, ਧੋਖਾ ਕੀਤਾ। ਇਹ ਤਾਂ ਸ਼ਿਕਾਇਤ, ਇਹੋ ਜਿਹੀਆਂ ਸ਼ਿਕਾਇਤਾਂ ਚੰਦੂ ਨੇ ਤੇ ਪ੍ਰਿਥੀ ਚੰਦ ਨੇ ਰਲ ਕੇ ਕੀਤੀਆਂ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਉਹ ਜਿਹੜੀ ਝੂਠੀ ਦਾ ਤਾਰੀਫ ਜਹਾਂਗੀਰ ਕਹਿੰਦਾ ਸੀ ਉਹ ਨਹੀਂ ਦਰਜ ਹੋਈ ਜੀ, ਉਹ ਤੇ ਤੁਹਾਡੇ ਨਾਲ ਵਿਤਕਰਾ ਕਰਦੇ ਨੇ। ਬਾਹਰ ਭਟ ਗਿਆ, ਭੁੱਖਾ ਹੀ ਰਹਿ ਗਿਆ। ਘਰ ਦੇ ਵਿੱਚ ਰਤਨ ਪਦਾਰਥ ਨੇ, ਘਰ ਹੁੰਦੇ ਰਤਨ ਪਦਾਰਥ, ਭੂਖੇ ਭਾਗਹੀਣ ਹਰ ਦੂਰੇ। ਹਰੀ ਵਾਹਿਗੁਰੂ ਨੂੰ, ਗੁਰੂ ਨੂੰ ਦੂਰ ਸਮਝ ਲਿਆ, ਬਾਹਰ ਭਟਕਦਾ ਫਿਰਿਆ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਨਾਨਾ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨਾਂ ਉੱਤੇ ਵਿਸ਼ਵਾਸ ਕੀਤਾ, ਭਰੋਸਾ ਕੀਤਾ। ਗੁਰੂ ਨਾਨਕ ਦੇਵ ਸਾਹਿਬ ਆਪ ਬੋਲ ਰਹੇ ਨੇ ਤੇ ਵਾਜਾਂ ਮਾਰ ਕੇ ਕਹਿ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ, ਹਸਤੀ ਸਿਰ ਜਿਉ ਅੰਕਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਇਹ ਹੈ। ਤੁਸੀਂ ਦੇਖੋ, ਇੱਕ ਪਾਸੇ ਹਾਥੀ ਹੈ, ਉਹਦਾ ਮਾਲਕ ਸਿਰ ਉੱਤੇ ਜ਼ੋਰ ਦੀ ਚੋਟ ਮਾਰਦਾ, ਕੁੰਡਾ ਮਾਰਦਾ ਹੈ, ਪਰ ਹਾਥੀ ਸੇਵਾ ਚ ਰਹਿੰਦਾ। ਅਹਰਣ ਦੀ ਹਾਲਤ ਤੁਸੀਂ ਵੇਖੋ, ਚੋਟਾਂ ਸਹਾਰਦੀ ਹੈ ਪਰ ਮਾਲਕ ਦੀ ਬਣ ਕੇ ਰਹਿੰਦੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੀਸ ਉੱਤੇ ਗਰਮ ਰੇਤ ਦੇ ਕੜਛੇ ਪਾਏ ਜਾ ਰਹੇ ਨੇ, ਉਬਲਦੇ ਪਾਣੀ ਚ ਉਬਾਲਿਆ ਜਾ ਰਿਹਾ ਹੈ, ਤਤੀਆਂ ਤਵੀਆਂ ਤੇ ਸਤਿਗੁਰੂ ਬੈਠਦੇ ਨੇ, ਪਰ ਉਹ ਵੀ ਸੇਵ ਕਰੇ ਵਾਲੀ ਹਾਲਤ ਹੈ। ਹੱਥ ਜੁੜੇ ਨੇ ਤੇ ਕਹਿੰਦੇ ਨੇ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਕੀ ਪੂਰੀ ਸ੍ਰਿਸ਼ਟੀ ਦਾ ਰਾਜ ਮਿਲ ਨਾ ਗਿਆ? ਇਉਂ ਗੁਰਮੁਖ ਆਪ ਨਿਵਾਰੀਐ, ਇਉਂ ਕੋਈ ਹੋਵੇ ਗੁਰਮੁਖ ਆਪ ਨਿਵਾਰੀਏ, ਆਪਣੀ ਹਉਮੈ ਨੂੰ ਛੱਡ ਕੇ ਗੁਰੂ ਦਾ ਬਣੇ। ਸਭ ਰਾਜ ਸ੍ਰਿਸ਼ਟ ਕਾਲੇ, ਪੂਰੀ ਸ੍ਰਿਸ਼ਟੀ ਦਾ ਰਾਜ ਮਿਲ ਜਾਂਦਾ ਹੈ। ਮਿਲ ਨਹੀਂ ਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ੍ਰਿਸ਼ਟੀ ਦਾ ਰਾਜ? ਤੁਸੀਂ ਵੇਖੋ ਨਾ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗ ਬਣੋ ਤੇ ਆਥ ਬਣੋ, ਚੌ ਚੱਕੀ ਕੀਨ ਲੋਆ। ਐ ਭੁੱਲੇ ਸਿੱਖ, ਕਿਸੇ ਇੱਕ ਸ਼ਹਿਰ ਦਾ ਰਾਜ, ਐਮਪੀ ਐਮਐਲਏ ਬਣਨਾ, ਕਿਸੇ ਇੱਕ ਰਾਜ ਦਾ ਕੋਈ ਮਿਨਿਸਟਰ, ਚੀਫ ਮਿਨਿਸਟਰ ਬਣਨਾ, ਕਿਸੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣਨਾ, ਕਹਿੰਦੇ ਇਹ ਤਾਂ ਆਮ ਵਿਖਾਵੇ ਵਾਲੇ ਰਾਜ ਨੇ, ਅੱਜ ਹਨ ਕੱਲ ਨਹੀਂ ਹਨ। ਪਰ ਵੇਖ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਰਾਜ ਉਦੋਂ ਵੀ ਕਾਇਮ ਸੀ ਤੇ ਅੱਜ ਵੀ ਕਾਇਮ ਹੈ। ਜਿੱਥੋਂ ਸੂਰਜ ਨਿਕਲਦਾ ਏ ਤੇ ਜਿੱਥੇ ਜਾ ਕੇ ਛੁਪਦਾ ਏ। ਇੱਕ ਸ਼ਹਿਰ, ਸਟੇਟ, ਦੇਸ਼ ਦਾ ਰਾਜ ਨਹੀਂ, ਪੂਰੀ ਸ੍ਰਿਸ਼ਟੀ ਦਾ ਰਾਜ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ, ਉਗ ਵਣੋ ਤੈ ਆਥ ਮਣੋ, ਚੌ ਚੱਕੀ ਕੀਨ ਲੋਆ। ਜਿੱਥੋਂ ਸੂਰਜ ਨਿਕਲਦਾ ਉਗ ਵਣੋ ਤੇ ਆਥ ਮਣੋ, ਜਿੱਥੇ ਜਾ ਕੇ ਛੁਪਦਾ ਹੈ। ਦੁਨੀਆ ਦੇ ਚਾਰੇ ਕੋਨਾਂ ਦੇ ਵਿੱਚ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਤਾਪ ਫੈਲ ਗਿਆ, ਪੂਰੀ ਸ੍ਰਿਸ਼ਟੀ ਦਾ ਰਾਜ ਮਿਲ ਗਿਆ। ਤੁਸੀਂ ਦੇਖੋ, ਕਿਹੜਾ ਐਸਾ ਦੇਸ਼ ਹੈ ਜੇ ਇੱਕ ਸਿੱਖ ਵੀ ਕਿਤੇ ਰਹਿ ਰਿਹਾ ਹੈ, ਉੱਥੇ ਵੀ ਉਹਨੇ ਆਪਣੇ ਘਰ ਨੂੰ ਹੀ ਗੁਰਦੁਆਰਾ ਬਣਾ ਲਿਆ ਹੈ। ਐਸੇ ਐਸੇ ਦੇਸ਼, ਐਸੀਆਂ ਐਸੀਆਂ ਜਗ੍ਹਾਵਾਂ ਜਿੱਥੇ ਕੇਵਲ ਇੱਕ ਗੁਰੂ ਕੇ ਸਿੱਖ ਦਾ ਘਰ ਹੈ, ਉਹਨੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ।
ਤੇ ਉਸ ਸਿੱਖ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਗੰਗੂ ਨੂੰ ਕਿਹਾ, ਆ ਤੈਨੂੰ ਐਸੇ ਗੁਰੂ ਕੋਲ ਲੈ ਚੱਲਦਾ ਜੋ ਪੂਰੀ ਸ੍ਰਿਸ਼ਟੀ ਦਾ ਰਾਜ ਹੀ ਦੇ ਸਕਦਾ ਹੈ, ਪਰ ਤੈਨੂੰ ਵਿਸ਼ਵਾਸ ਹੋਵੇ ਸਹੀ, ਭਰੋਸਾ ਹੋਵੇ ਸਹੀ। ਲੈ ਕੇ ਪਹੁੰਚਿਆ। ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਇੱਕ ਗੱਲ ਚੇਤੇ ਰੱਖਣਾ, ਦੁਨਿਆਵੀ ਬੰਦਾ ਕੁਝ ਦਿੰਦਾ ਹੈ ਨਾ, ਵਿਖਾ ਕੇ ਦਿੰਦਾ, ਜਤਾ ਕੇ ਦਿੰਦਾ, ਪੁੱਛ ਕੇ ਦਿੰਦਾ, ਬੋਲ ਕੇ ਦਿੰਦਾ, ਪਰ ਇਹ ਸਤਿਗੁਰੂ ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗਾ ਕੀਚੈ ਅਰਦਾਸ। ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਣ ਦੀ ਦੇਰ ਸੀ, ਸਤਿਗੁਰੂ ਜੀ ਨੇ ਕਹਿ ਦਿੱਤਾ, ਆ ਗਿਆ ਗੰਗੂ ਗੁਰੂ ਨਾਨਕ ਦੇ ਦਰਬਾਰ, ਅੱਜ ਦਿਨ ਤੋਂ ਤੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ, ਪਰ ਇੱਕ ਵਾਦਾ ਤੂੰ ਵੀ ਕਰ ਗੁਰੂ ਦੇ ਨਾਲ, ਗੁਰੂ ਨਾਨਕ ਦਾ ਖਾਤਾ ਆਪਣੇ ਕੋਲ ਰੱਖੇਗਾ, ਦਸਵੰਧ ਕੱਢੇਗਾ। ਸਤਿਗੁਰੂ ਜੀ ਮੈਂ ਭੁੱਖਾ ਮਰਦਾ, ਮੇਰੀ ਹਾਲਤ ਬਣੀ ਹੋਈ ਹੈ, ਭੁੱਖੇ ਭਾਗਹੀਣ ਹਰ ਦੂਰੇ, ਮੈਂ ਭੁੱਖਾ ਭਾਗਾਂ ਤੋਂ ਹੀਣਾ ਮਨੁੱਖ ਕੰਗਾਲ, ਤੇ ਜੇ ਮੈਨੂੰ ਕੁਝ ਮਿਲੇਗਾ ਕਿਉਂ ਨਾ ਮੈਂ ਦਿਆਂਗਾ, ਦਸਵੰਧ ਕਿਉਂ ਨਾ ਕੱਢਾਂਗਾ। ਗੁਰੂ ਅਮਰਦਾਸ ਸਾਹਿਬ ਜੀ ਨੇ ਕੁਝ ਮਦਦ ਕੀਤੀ। ਉਸ ਘਰ ਤੋਂ ਸਾਚੇ ਸਾਹਿਬਾ ਕਿਆ ਨਾ ਹੀ ਕਰਤੇ ਰਹਿ, ਆਪਣੇ ਹੱਥਾਂ ਨਾਲ ਦੇ ਕੇ ਕਿਹਾ, ਜਾ ਕੰਮ ਸ਼ੁਰੂ ਕਰ। ਕੰਮ ਸ਼ੁਰੂ ਕੀਤਾ। ਵਿਦਵਾਨ ਲਿਖਦੇ ਨੇ ਕਿ ਜਿਸ ਤਰ੍ਹਾਂ ਫੁੱਟਪਾਥਾਂ ਉੱਤੇ ਨਾ ਛੋਟੀਆਂ ਜਿਹੀ ਫੜੀਆਂ ਦੁਕਾਨਾਂ ਲੋਕ ਲਾ ਲੈਂਦੇ ਨੇ, ਇਹੋ ਜੀ ਇੱਕ ਦੁਕਾਨ ਲਾ ਲਈ। ਹੁਣ ਜਿੱਥੇ ਗੁਰੂ ਦੀ ਨਜ਼ਰੇ ਇਨਾਇਤ ਹੋਵੇ, ਕਰਤਾ ਪੁਰਖ ਤਾਲ ਦਿਵਾਇਆ, ਪਿੱਛੇ ਲਗ ਚੱਲੀ ਮਾਇਆ, ਟੋਟ ਨ ਕਤਹੂ ਆਵੈ, ਮੇਰੇ ਪੂਰੇ ਸਤਿਗੁਰ ਭਾਵੈ। ਐਸਾ ਕੰਮ ਚੱਲਿਆ, ਅੱਜ ਇੱਕ ਦੁਕਾਨ, ਕੱਲ 2 ਦੁਕਾਨਾਂ, ਪਰਸੋਂ 3 ਦੁਕਾਨਾਂ। ਗੰਗੂ ਤੋਂ ਗੰਗੂ ਸ਼ਾਹੂਕਾਰ ਬਣ ਗਿਆ, ਗੰਗੂ ਸ਼ਾਹ ਬਣ ਗਿਆ, ਪਰ ਗੁਰੂ ਦੀ ਗੱਲ ਨੂੰ ਚੇਤੇ ਰੱਖਿਆ ਸੀ, ਸੰਬੰਧ ਜੋੜਿਆ ਹੋਇਆ ਸੀ ਗੁਰੂ ਨਾਨਕ ਦੇ ਘਰ ਨਾਲ, ਵਪਾਰ ਐਸਾ ਕਰ ਰਿਹਾ ਸੀ ਜਿਹਦੇ ਵਿੱਚ ਇੱਕ ਭਰੋਸਾ ਤੇ ਵਿਸ਼ਵਾਸ ਸੀ ਗੁਰੂ ਉੱਤੇ, ਤੇ ਵੱਧਦਾ ਹੀ ਚਲਾ ਗਿਆ ਵਪਾਰ। ਪਰ ਇੱਕ ਸਮਾਂ ਉਹ ਵੀ ਆ ਗਿਆ, ਗੁਰੂ ਨੂੰ ਭੁੱਲ ਗਿਆ, ਦੌਲਤ ਦਾ ਹੰਕਾਰ ਹੋ ਗਿਆ, ਆਪਣੀ ਮੱਤ ਉੱਤੇ ਜ਼ਿਆਦਾ ਭਰੋਸਾ ਵਿਸ਼ਵਾਸ ਹੋ ਗਿਆ, ਗੁਰੂ ਦਰਬਾਰ ਤੋਂ ਪਰਖ ਹੋ ਗਈ। ਇੱਕ ਕੋਈ ਗਰੀਬ ਬ੍ਰਾਹਮਣ ਆ ਗਿਆ, ਆ ਕੇ ਕਹਿੰਦਾ ਹੈ, ਸਤਿਗੁਰੂ ਜੀ ਮੇਰੀ ਬੱਚੀ ਦਾ ਵਿਆਹ ਹੋਣਾ ਹੈ ਤੇ ਕੁਝ ਮਦਦ ਹੋ ਜਾਵੇ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਜਾ ਫਲਾਣੀ ਜਗ੍ਹਾ ਗੁਰੂ ਨਾਨਕ ਦਾ ਸਿੱਖ ਰਹਿੰਦਾ ਗੰਗੂ, ਗੁਰੂ ਨਾਨਕ ਦੇ ਖਾਤੇ ਵਿੱਚੋਂ ਇਤਨਾ ਕੁਝ ਦੇ ਦੇਗਾ, ਤੇਰੀ ਬੱਚੀ ਦਾ ਕਾਰਜ ਹੋ ਜਾਵੇਗਾ। ਹੁਣ ਤੁਰ ਪਿਆ, ਬੜੀ ਦੂਰ ਹਵੇਲੀ, ਤੁਰਦਾ ਤੁਰਦਾ ਪਹੁੰਚਿਆ ਉੱਥੇ, ਕੱਪੜੇ ਪਾਟੇ ਹੋਏ ਨੇ, ਗਰੀਬ ਹੈ, ਸਾਹਮਣੇ ਚੌਕੀਦਾਰ ਖੜਾ ਹੈ, ਦਰਬਾਨ ਹਵੇਲੀ ਦੇ ਸਾਹਮਣੇ। ਇਹੋ ਜੀ ਹਾਲਤ ਵੇਖ ਕੇ ਕਹਿੰਦਾ, ਰੁਕ ਜਾ ਇੱਥੇ, ਪਹਿਲਾਂ ਸ਼ਾਹ ਜੀ ਨੂੰ ਪੁੱਛਾਂ ਵਾ। ਪਾਣੀ ਦਾ ਵੀ ਨਾ ਪੁੱਛਿਆ, ਅੰਦਰ ਚਲਾ ਗਿਆ, ਪੁੱਛਿਆ। ਅੱਜ ਗੰਗੂ ਨੂੰ ਹੰਕਾਰ ਹੋ ਗਿਆ ਸੀ, ਕਹਿਣ ਲੱਗਾ ਕਿ ਗੁਰੂ ਨੇ ਦਿੱਤਾ ਕੀ ਸੀ, ਇਹ ਤਾਂ ਮੈਂ ਆਪਣੀ ਮਿਹਨਤ ਨਾਲ ਕਮਾਇਆ, ਇਹ ਤਾਂ ਰੋਜ਼ ਤੁਰੇ ਚਲੇ ਆਉਂਦੇ ਨੇ, ਮੈਨੂੰ ਇਸ ਵੇਲੇ ਟਾਈਮ ਨਹੀਂ, ਜਦ ਦੁਕਾਨ ਤੇ ਜਾਵਾਂਗਾ ਉਦੋਂ ਮਿਲ ਲਿਆਂਗਾ। ਖੜਾ ਹੈ, ਮੰਗਣ ਗਿਆ ਸੋ ਮਰ ਰਿਹਾ, ਮੰਗਤ ਮਾਨ ਨਾ ਪਾਇਆ। ਮੰਗਤੇ ਨੂੰ ਕੌਣ ਮਾਣ ਦਿੰਦਾ ਹੈ, ਮੰਗਣ ਵਾਲੇ ਨੂੰ ਕੋਈ ਮਾਣ ਨਹੀਂ ਦਿੰਦਾ। ਖੜਾ ਰਿਹਾ। ਗੰਗੂ ਆਪਣੇ ਟਾਈਮ ਅਨੁਸਾਰ 7 ਘੋੜਿਆਂ ਦੇ ਰੱਥ ਉੱਤੇ ਸਵਾਰ ਹੋ ਕੇ ਨਿਕਲਿਆ। ਉਦੋਂ ਕੋਈ ਗੱਡੀਆਂ ਕਾਰਾਂ ਥੋੜਾ ਹੁੰਦੀਆਂ ਸਨ, ਉਦੋਂ ਤਾਂ ਜਿਤਨੇ ਘੋੜੇ ਜ਼ਿਆਦਾ ਨੇ ਰੱਥ ਦੇ ਚ ਉਤਨਾ ਹੀ ਜ਼ਿਆਦਾ ਅਮੀਰ, ਤੇ ਜਿਹਦੇ ਪੈਰ 'ਚ ਕਦੀ ਜੁੱਤੀ ਪਾਉਣ ਨੂੰ ਪੈਸਾ ਨਹੀਂ ਸੀ, ਅੱਜ 7 ਘੋੜਿਆਂ ਦੇ ਰੱਥ ਉੱਤੇ ਸਵਾਰ ਹੋ ਕੇ ਨਿਕਲਿਆ। ਸਾਹਮਣੇ ਹੱਥ ਜੋੜ ਕੇ ਖੜਾ ਹੈ, ਕਹਿੰਦਾ ਮੈਨੂੰ ਇੱਥੇ ਵੇਲ ਨਹੀਂ, ਦੁਕਾਨ ਤੇ ਆ, ਉੱਥੇ ਮਿਲਾਂਗਾ। ਹੁਣ ਪਿੱਛੇ ਪਿੱਛੇ ਤੁਰ ਪਿਆ। ਗੰਗੂ ਨੇ ਜਾ ਕੇ ਪਹਿਲਾਂ ਹੀ ਆਪਣੇ ਮੁਨੀਮ ਨੂੰ, ਕੈਸ਼ੀਅਰ ਨੂੰ ਸਮਝਾ ਦਿੱਤਾ ਸੀ, ਸਿਖਾ ਦਿੱਤਾ ਸੀ। ਜਿਉਂ ਹੀ ਇਹ ਪਹੁੰਚਿਆ ਤੈਨੂੰ ਸੁਣਾ ਕੇ ਤੇ ਪੁੱਛਦਾ ਮੁਨੀਮ ਤੋਂ, 10 ਮੁਨੀਮਾ
ਹੈ ਕੋਈ ਗੁਰੂ ਨਾਨਕ ਦਾ ਖਾਤਾ ਆਪਣੇ ਕੋਲ? ਹੁਣ ਮੁਨੀਮ ਤਾਂ ਸਿਖਾਇਆ ਹੋਇਆ ਸੀ, ਕਹਿਣ ਲੱਗਾ ਨਹੀਂ ਸ਼ਾਹ ਜੀ, ਕੋਈ ਗੁਰੂ ਨਾਨਕ ਦਾ ਖਾਤਾ ਨਹੀਂ, ਪਹਿਲਾਂ ਹੁੰਦਾ ਸੀ ਹੁਣ ਬੰਦ ਹੋ ਗਿਆ, ਹੁਣ ਬੰਦ ਹੋ ਗਿਆ। ਸਮਝ ਆ ਗਈ ਕਿ ਕੁਝ ਵੀ ਇੱਥੋਂ ਪ੍ਰਾਪਤ ਨਹੀਂ ਹੋਵੇਗਾ। ਇੱਕ ਗੱਲ ਚੇਤੇ ਰੱਖਿਓ, ਜਦ ਵੀ ਅਸੀਂ ਕਿਸੇ ਤੋਂ ਕੁਝ ਮੰਗਣ ਜਾਂਦੇ ਆ ਨਾ, ਆਪਣੀ ਅਣਖ ਨੂੰ ਮਾਰ ਕੇ, ਆਪਣੇ ਅੰਦਰ ਨੂੰ ਮਾਰ ਕੇ ਕਿਸੇ ਤੋਂ ਕੁਝ ਮੰਗਣ ਜਾਂਦੇ ਆ, ਤੇ ਮੰਗਣ ਤੇ ਵੀ ਜੇ ਕੁਝ ਨਾ ਮਿਲੇ ਨਾ, ਤੇ ਉਦੋਂ ਬੰਦੇ ਦੀ ਹਾਲਤ ਹੋ ਜਾਂਦੀ ਵੀ ਧਰਤੀ ਪਾਟ ਜਾਵੇ, ਫਟ ਜਾਵੇ ਧਰਤੀ, ਤੇ ਅੰਦਰ ਹੀ ਗਰਕ ਹੋ ਜਾਵਾਂ, ਮੰਗਿਆ ਵੀ ਤੇ ਕੁਝ ਮਿਲਿਆ ਵੀ ਨਾ। ਅੱਖਾਂ 'ਚ ਅਥਰੂ ਆ ਗਏ, ਰੋਂਦੇ ਹਾਂ ਮੁੜਿਆ, ਗੁਰੂ ਅਮਰਦਾਸ ਸਾਹਿਬ ਜੀ ਕੋਲ ਪਹੁੰਚਿਆ, ਜਾਣੀ ਜਾਣ ਸਤਿਗੁਰੂ ਸਭ ਕੁਝ ਜਾਣ ਗਏ, ਹਰ ਅੰਤਰ ਜਾਮੀ ਸਭ ਬਿਦ ਜਾਣਿਆ, ਤਾਂ ਕਿਸ ਪੈ ਆਖ ਸੁਣਾਈਆ। ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਰ ਦਿੱਤਾ ਵੀ ਤੇਰਾ ਕਾਰਜ ਤਾਂ ਗੁਰੂ ਨਾਨਕ ਦੇ ਦਰਬਾਰ ਤੋਂ ਹੋ ਜਾਵੇਗਾ, ਪਰ ਜਿਸ ਗੰਗੂ ਨੇ ਗੁਰੂ ਨਾਨਕ ਦਾ ਖਾਤਾ ਬੰਦ ਕੀਤਾ ਨਾ, ਅੱਜ ਗੁਰੂ ਨਾਨਕ ਦੇ ਦਰ ਤੋਂ ਗੰਗੂ ਦਾ ਵੀ ਖਾਤਾ ਬੰਦ ਹੋ ਗਿਆ। ਸਾਧੂ ਬੋਲੇ ਸਾਧ ਸਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ, ਏਕ ਭੀ ਨਾ ਦੇ 10 ਵੀ ਹਿਰ ਲੈ, ਤਉ ਮੂੜਾ ਕੋ ਕਿਆ ਕਰੇ। ਜੇ ਸਾਨੂੰ ਦੇਵੇ ਨਾ, ਸਾਡੇ ਤੋਂ ਸਭ ਕੁਝ ਖੋਹ ਲਵੇ, ਅਸੀਂ ਉਹਦਾ ਕੀ ਵਿਗਾੜ ਸਕਦੇ ਹਾਂ? ਤੇ ਗੱਲ ਉਹੀ ਬਣ ਗਈ। ਗੰਗੂ ਨੇ ਕੋਈ ਵੱਡਾ ਠੇਕਾ, ਵੱਡਾ ਵਪਾਰ ਹੱਥ 'ਚ ਲਿਆ, ਕੰਮ ਬੜਾ ਕਰਜ਼ਾ ਬਾਜ਼ਾਰ ਤੋਂ ਚੱਕ ਲਿਆ, ਉਸ ਕੰਮ ਨੂੰ ਪੂਰਾ ਕਰਨ ਲਈ ਸੋਚਿਆ ਬੜਾ ਲਾਭ ਹੋਵੇਗਾ, ਪਰ ਜਿਨ੍ਹਾਂ ਨੇ ਕੰਮ ਦਿੱਤਾ ਸੀ ਸਾਹਮਣੇ ਤੋਂ ਮੁਕਰ ਗਏ। ਹੁਣ ਕਰਜ਼ਾ ਤੇ ਬੜਾ ਬਾਜ਼ਾਰ ਤੋਂ ਚੱਕ ਲਿਆ ਸੀ, ਹਾਲਤ ਉਹ ਬਣ ਗਈ ਕਿ ਕਰਜ਼ਦਾਰਾਂ ਨੂੰ ਕਰਜ਼ ਦੇਣ ਦੇ ਵਿੱਚ ਹੀ ਹਵੇਲੀ ਵੀ ਵਿਕ ਗਈ, ਦੁਕਾਨਾਂ ਵੀ ਵਿਕ ਗਈਆਂ, ਸਭ ਕੁਝ ਚਲਾ ਗਿਆ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਭਿਖਾਰੀ ਬਣ ਗਿਆ। ਹੁਣ ਪਤਾ ਤਾਂ ਹੈ ਦਰਬਾਰ ਬਖਸ਼ ਲੈਂਦਾ, ਪਰ ਕਿਹੜਾ ਮੂੰਹ ਲੈ ਕੇ ਜਾਵਾਂ? ਗੁਰੂ ਕੇ ਸਿੱਖ ਵੇਖਣਗੇ, ਕਹਿਣਗੇ ਉਹੀ ਨਾ ਸ਼ੁਕਰ ਹੈ, ਅਕਿਰਤ ਘਣ ਲੈ ਕੇ ਮੁਕਰ ਗਿਆ ਸੀ ਜਿਹੜਾ। ਬੜੇ ਨੇ ਐਸੇ ਲੋਕ ਜਿਹੜੇ ਲੈ ਕੇ ਮੁਕਰ ਜਾਂਦੇ ਨੇ। ਕਦੀ ਸੇਵਾ ਮੰਗਦੇ ਹੁੰਦੇ ਸਨ, ਝੋਲੀ ਅੱਡ ਅੱਡ ਕੇ, ਕਹਿੰਦੇ ਸਨ ਸਤਿਗੁਰੂ ਜੀ ਗੁਰੂ ਦਰਬਾਰ ਦੀ ਸੇਵਾ ਦੇ ਦੇ, ਮੈਨੂੰ ਮੈਂਬਰ ਬਣਾ ਦੇ, ਮੈਨੂੰ ਜਿੱਤ ਦੇ ਦੇ। ਬੜੇ ਲੋਕ ਤੁਸੀਂ ਵੇਖੇ ਹੋਣਗੇ ਐਸੇ, ਗੁਰੂ ਦਰਬਾਰ ਦੀ ਸੇਵਾਵਾਂ ਝੋਲੀ ਅੱਡ ਅੱਡ ਕੇ ਮੰਗਦੇ ਨੇ, ਤੇ ਜਦ ਸੇਵਾ ਮਿਲ ਜਾਂਦੀ ਹੈ, ਉਦੋਂ ਗੁਰੂ ਦਰਬਾਰ ਨੂੰ ਵੀ ਵਪਾਰ ਵਾਲੀ ਜਗ੍ਹਾ ਬਣਾ ਦਿੰਦੇ ਨੇ। ਗੁਰੂ ਦਰਬਾਰ ਨੂੰ ਵੀ ਵਪਾਰਕ ਦ੍ਰਿਸ਼ਟੀ ਵਾਂਗ ਵੇਖਦੇ ਨੇ। ਜਿਸ ਤਰ੍ਹਾਂ ਸਾਡੀਆਂ ਦੁਕਾਨਾਂ ਚਲਾਉਂਦੇ ਆ, ਉਸੇ ਤਰੀਕੇ ਨਾਲ ਗੁਰੂ ਦਰਬਾਰਾਂ ਨੂੰ ਵੀ ਚਲਾਵਾਂਗੇ। ਪਰ ਨਹੀਂ, ਗੁਰੂ ਤਾਂ ਕਹਿੰਦਾ ਭਰਾਵਾ, ਗੁਰੂ ਦਰਬਾਰ ਵਿੱਚ ਉਹ ਵਪਾਰ ਨਾ ਲੈ ਕੇ ਆ, ਉਸ ਵਪਾਰ ਦੇ ਵਿੱਚ ਗੁਰੂ ਦੀ ਬਰਕਤ ਨੂੰ ਲੈ ਕੇ ਜਾ। ਉੱਥੋਂ ਜੋ ਸਿੱਖ ਕੇ ਆਇਆ ਹੈ ਨਾ ਚਲਾਕੀਆਂ, ਹੋਸ਼ਿਆਰੀਆਂ, ਸਿਆਣਪਾਂ, ਉਹ ਚਲਾਕੀਆਂ ਇੱਥੇ ਨਾ ਆ ਕੇ ਚਲਾ, ਸਗੋਂ ਇੱਥੋਂ ਕੁਝ ਸਿੱਖ ਕੇ ਜਾ ਜੋ ਉੱਥੇ ਜਾ ਕੇ ਚਲਾ। ਸਤਿਗੁਰੂ ਜੀ ਕਹਿੰਦੇ ਨੇ ਨਾ, ਜਿਨਾ ਰਾਸ ਨਾ ਸੱਚ ਹੈ, ਰਾਸ ਦਾ ਅਰਥ ਹੈ ਵਪਾਰ ਹੀ ਹੈ। ਜਿਸ ਵਸਤੂ ਨੂੰ ਤੂੰ ਵੇਚਣਾ ਹੈ, ਵਪਾਰ ਕਰਨਾ ਹੈ, ਜਿਨਾ ਰਾਸ ਨਾ ਸੱਚ ਹੈ, ਕਿਉਂ ਤੈਨਾ ਸੁਖ ਹੋਏ। ਉਹਨਾਂ ਨੂੰ ਕਿਸ ਤਰ੍ਹਾਂ ਸੁਖ ਮਿਲ ਸਕਦਾ ਹੈ? ਉਸ ਵਪਾਰ ਵਿੱਚੋਂ ਖੋਟੇ ਵਣਜ ਵਣੰਜੀਐ, ਖੋਟਾ ਹੀ ਵਪਾਰ ਕਰਨਾ ਹੈ। ਉਹੋ ਜੀ ਵਸਤੂਆਂ ਵੀ ਰੱਖਣੀਆਂ ਨੇ, ਮਨ ਤਨ ਖੋਟਾ ਹੋਏ। ਮਨ ਵੀ ਖੋਟਾ ਹੋ ਜਾਵੇਗਾ, ਤਨ ਵੀ ਖੋਟਾ ਹੋ ਜਾਵੇਗਾ। ਕੋਈ ਵੀ ਹੋਵੇ, ਜ਼ਰੂਰੀ ਨਹੀਂ ਕਿ ਕੋਈ ਬਾਹਰ ਦਾ ਵਪਾਰੀ ਬੰਦਾ ਹੀ। ਖਿਮਾ ਕਰ ਦੇਣਾ, ਅੱਜ ਗੁਰੂ ਦਰਬਾਰਾਂ ਦੇ ਵਿੱਚ ਵੀ ਬੈਠੇ ਲੋਕ ਧਾਰਮਿਕ ਜਗਤ ਦੇ ਚ ਲੋਕ ਬੈਠੇ,
ਗੁਰੂ ਦੇ ਨਾਮ ਨੂੰ ਵੀ ਆਮ ਵਪਾਰ ਵਾਂਗ ਵਰਤਣ ਲੱਗ ਜਾਂਦੇ ਨੇ। ਵਪਾਰੀ ਦ੍ਰਿਸ਼ਟੀ ਨਾਲ ਵੀ ਮੈਂ ਤੈਨੂੰ ਇੱਕ ਸ਼ਬਦ ਲਿਖ ਕੇ ਦੇ ਰਿਹਾ, ਇਤਨੀ ਭੇਟਾ ਰੱਖਦੇ ਇੱਥੇ, ਇਹ ਸ਼ਬਦ ਇਤਨੀ ਵਾਰੀ ਪੜ੍ਹੇਗਾ ਤੈਨੂੰ ਇਹ ਕੁਝ ਮਿਲੇਗਾ। ਵਪਾਰਕ ਦ੍ਰਿਸ਼ਟੀ। ਸੱਚ ਜਾਣਿਓ ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ। ਜਦ ਵੀ ਬੰਦਾ ਗੁਰੂ ਦੀ ਗੋਦ 'ਚ ਬੈਠਾ ਹੈ, ਕਿਤੇ ਵੀ ਵਿਚਰ ਰਿਹਾ, ਬੰਦੇ ਨੂੰ ਆਪ ਨੂੰ ਪਤਾ ਹੁੰਦਾ, ਜ਼ਮੀਰ ਦੱਸਦਾ ਉਹਦਾ ਕੀ ਮੇਰਾ ਹੱਕ ਹੈ ਤੇ ਕੀ ਪਰਾਇਆ ਹੈ। ਜੇ ਸਮਝ ਹੈ ਤੇ ਫਿਰ ਬੰਦਾ ਉਸ ਅਨੁਸਾਰ ਚੱਲੇ, ਕਦੀ ਟੋਟਾ ਨਹੀਂ ਆਂਦਾ। ਪਰ ਸਤਿਗੁਰੂ ਜੀ ਕਹਿੰਦੇ ਵੇਖ, ਗੁਰੂ ਤੋਂ ਹੀ ਸਭ ਕੁਝ ਪ੍ਰਾਪਤ ਕੀਤਾ, ਫਿਰ ਗੁਰੂ ਤੋਂ ਹੀ ਮੁੱਕਰ ਗਿਆ ਤੇ ਗੰਗੂ ਦੀ ਹਾਲਤ ਹੋਈ। ਹੁਣ ਗੁਰੂ ਬਖਸ਼ ਤਾਂ ਲੈਂਦਾ, ਮੂੰਹ ਕਿਹੜਾ ਲੈ ਕੇ ਜਾਵਾਂ। ਰਾਤ ਦੇ ਵੇਲੇ ਮੂੰਹ ਲੁਕਾਉਂਦਾ ਹੋਇਆ ਜਾਂਦਾ ਹੈ, ਤੇ ਜਦ ਲੰਗਰ ਦੀ ਸਮਾਪਤੀ ਹੁੰਦੀ, ਜੂਠੇ ਭਾਂਡੇ ਜਾ ਕੇ ਮਾਂਜਦਾ, ਝਾੜੂ ਪੋਚਾ ਕਰਦਾ, ਤੱਪੜ ਝਾੜਦਾ, ਸੇਵਾ ਕਰਦਾ ਰਿਹਾ। ਗੁਰੂ ਅਮਰਦਾਸ ਸਾਹਿਬ ਜੀ ਤੋਂ ਉੱਠੇ, ਬੁਲਾ ਲਿਆ। ਇੱਕ ਦਿਨ ਬੁਲਾਇਆ, ਭੁੱਬਾਂ ਮਾਰ ਕੇ ਰੋਇਆ, ਚਰਨਾਂ ਉੱਤੇ ਡਿੱਗ ਪਿਆ। ਦਾਸ ਨੇ ਐਸੇ ਲੋਕ ਵੀ ਵੇਖੇ ਨੇ ਜਿਨ੍ਹਾਂ ਨੇ ਸੇਵਾਵਾਂ ਮੰਗ ਕੇ ਲਈਆਂ ਗੁਰੂ ਤੋਂ। ਕਦੀ ਬੱਸਾਂ ਦੇ ਡਰਾਈਵਰ ਹੁੰਦੇ ਸਨ, ਕਦੀ ਕੁਝ ਹੁੰਦੇ ਸਨ। ਗੁਰੂ ਨੇ ਸੇਵਾਵਾਂ ਦਿੱਤੀਆਂ, ਬੜਾ ਮਾਣ ਦਿੱਤਾ, ਪਰ ਮਾਣ ਮਿਲਿਆ ਤੇ ਆਫਰ ਗਏ। ਆਫਰ ਗਏ ਤੇ ਕੁਝ ਨਾ ਸਮਝਣ ਕਿਸੇ ਨੂੰ, ਤੇ ਦੁਬਾਰਾ ਜਦ ਸੇਵਾ ਮੰਗੀ, ਸਭ ਕੁਝ ਖੋਇਆ ਗਿਆ। ਅੱਜ ਕੋਈ ਜਾਣਦਾ ਹੀ ਨਹੀਂ ਹੈ ਕਿ ਉਹ ਬੰਦਾ ਕਿੱਥੇ ਹੈ। ਅਰਦਾਸ ਨੇ ਆਪ ਨੇੜੇ ਤੋਂ ਵੇਖਿਆ ਹੈ, ਉਹਨੂੰ ਬਦਲਦੇ ਆ। ਕੋਈ ਸਮਾਂ ਹੁੰਦਾ ਸੀ, ਉਹਦਾ ਨਹੀਂ ਸੀ ਕੋਲ, ਬੜੀ ਨਿਮਰਤਾ ਵਿਖਾਉਂਦਾ ਸੀ। ਸਮਾਂ ਬਦਲਿਆ, ਮਹੱਲੇ ਦੇ ਗੁਰਦੁਆਰੇ ਤੋਂ ਸੇਵਾ ਸ਼ੁਰੂ ਕੀਤੀ। ਸੇਵਾ ਮੰਗਦਿਆਂ ਮੰਗਦਿਆਂ ਵੱਡੀ ਸੇਵਾਵਾਂ ਮਿਲ ਗਈਆਂ। ਜਦ ਮਿਲ ਗਈਆਂ ਤੇ ਉਦੋਂ ਹੀ ਆਫਰ ਗਿਆ, ਸੇਵਾ ਨੂੰ ਹੀ ਵਪਾਰ ਬਣਾ ਲਿਆ। ਉਹੀ ਬੰਦਾ ਬੜੀ ਨਿਮਰਤਾ ਨਾਲ ਜੋ ਮਿਲਦਾ ਸੀ, ਬਾਅਦ ਜਦ ਸਾਹਮਣੇ ਮਿਲਿਆ ਤੇ ਫਤਿਹ ਵੀ ਨਾ ਨਿਕਲੇ ਜ਼ੁਬਾਨ ਤੋਂ, ਕਿਉਂਕਿ ਜਿੱਥੇ ਹੰਕਾਰ ਹੋਵੇ ਉੱਥੇ ਫਤਿਹ ਵੀ ਨਹੀਂ ਨਿਕਲਦੀ। ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਗੁਰੂ ਤਾਂ ਕਹਿੰਦਾ ਹੈ, ਪਰ ਜਦ ਕਿਸੇ ਵੀ ਗੱਲ ਦਾ, ਕਿਸੇ ਗਿਆਨੀ ਨੂੰ ਵੀ ਗਿਆਨਵਾਨ ਹੋਣ ਦਾ ਮਾਣ ਹੋ ਜਾਵੇ ਨਾ, ਉਹਨੂੰ ਫਤਿਹ ਬੁਲਾਓ, ਫਤਿਹ ਨਹੀਂ ਨਿਕਲਦੀ, ਉਹ ਕਹਿੰਦਾ ਠੀਕ ਹੈ ਠੀਕ ਹੈ, ਹੱਥ ਹੀ ਚੱਕ ਦਿੰਦਾ। ਉਹੀ ਹਾਲਤ ਬਣ ਗਈ ਸੀ। ਪਰ ਮੁੜ ਕੇ ਫੇਰ ਉਹੀ ਹਾਲ ਹੋਇਆ ਕਿ ਕੋਈ ਜਾਣਦਾ ਹੀ ਨਹੀਂ ਹੈ। ਦੁਹਾਈ ਰੱਬ ਦੀ, ਗੁਰੂ ਦਾ ਵਿਸ਼ਵਾਸ ਭਰੋਸਾ ਹਰ ਵੇਲੇ ਬੰਦੇ ਨੂੰ ਆਪਣੇ ਅੰਦਰ ਬਣਾ ਕੇ ਰੱਖਣਾ ਚਾਹੀਦਾ ਹੈ। ਸੇਵਾ ਕਰਦਿਆਂ ਵੀ ਡਰਦਿਆਂ ਰਹਿਣਾ ਚਾਹੀਦਾ ਹੈ। ਜੇ ਵਪਾਰ ਖੁੱਸ ਸਕਦਾ, ਸੇਵਾ ਵੀ ਖੁੱਸ ਸਕਦੀ ਹੈ। ਭੁੱਬਾਂ ਮਾਰ ਕੇ ਰੋਇਆ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ। ਸਤਿਗੁਰੂ ਜੀ ਨੇ ਕਿਹਾ, ਤੈਨੂੰ ਕਿਹਾ ਸੀ ਗੁਰੂ ਨਾਨਕ ਦਾ ਖਾਤਾ ਰੱਖਣਾ ਹੈ। ਸਤਿਗੁਰੂ ਜੀ, ਮੈਂ ਕਿਰਤ ਘਣ ਤੋਂ ਵੱਡੀ ਭੁੱਲ ਹੋ ਗਈ। ਅੱਜ ਗੁਰੂ ਨਾਨਕ ਫਿਰ ਤੁੱਠਾ ਹੈ, ਮੰਗ ਕੀ ਮੰਗਦਾ ਹੈ? ਕਹਿੰਦਾ ਸਤਿਗੁਰੂ ਜੀ, ਹੁਣ ਤੇ ਕਿਰਪਾ ਕਰ ਦਿਓ, ਨਾਮ ਦੇ ਦਿਓ। ਹੁਣ ਦੁਨਿਆਵੀ ਵਪਾਰ ਨਾ ਕਰਾਂ, ਨਾਮ ਦਾ ਵਪਾਰ ਕਰਾਂ। ਸਤਿਗੁਰੂ ਜੀ ਕਹਿੰਦੇ, ਭਲਿਆ ਪਹਿਲਾਂ ਮੰਗਿਆ ਹੀ ਕੁਝ ਨਹੀਂ ਸੀ, ਮੰਗਿਆ ਹੀ ਅੱਜ ਹੈ। ਜਿਹਨੇ ਨਾਮ ਮੰਗ ਲਿਆ, ਪਿੱਛੇ ਰਹਿ ਕੀ ਜਾਂਦਾ, ਸਭ ਕੁਝ ਆ ਜਾਂਦਾ ਹੈ। ਸਤਿਗੁਰੂ ਜੀ ਅੱਜ ਕਹਿ ਰਹੇ ਨੇ, ਵਪਾਰ ਗੋਬਿੰਦ ਨਾਏ, ਵਾਹਿਗੁਰੂ ਜੀ ਦੇ ਨਾਮ ਦਾ ਵਪਾਰ। ਸਾਧ ਸੰਤ ਮਨਾਏ, ਪ੍ਰਿਯ ਪਾਏ, ਗੁਣ ਗਾਏ, ਪੰਚ ਨਾਦ ਤੂਰ ਬਜਾਏ। ਕਹਿੰਦੇ ਨਾਮ ਦੇ ਵਪਾਰੀ ਸਾਧ ਸੰਗਤ 'ਚ ਬੈਠ ਕੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ, ਤੇ ਉਹਨਾਂ ਦੇ ਅੰਦਰ ਪੰਚ ਨਾਦ, ਆਨੰਦ ਦੇ 5 ਵਾਜੇ ਇੱਕਸਾਰ ਵੱਜਣ ਲੱਗਦੇ ਨੇ। ਕਿਰਪਾ ਪਾਏ, ਉਹਨਾਂ ਨੂੰ ਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਹੈ। ਸਹਿਜ ਆਏ,
ਸਹਿਜ ਅੰਦਰ ਪੈਦਾ ਹੋ ਜਾਂਦਾ ਹੈ। ਦਰਸਾਏ, ਉਹਨਾਂ ਨੂੰ ਗੁਰੂ ਦੇ ਦਰਸ਼ਨ ਮਿਲ ਜਾਂਦੇ ਨੇ। ਅਬ ਰਾਤਿਆ ਗੋਬਿੰਦ ਸਿਉ, ਹੁਣ ਰੰਗਿਆ ਗਿਆ ਹੈ ਵਾਹਿਗੁਰੂ ਜੀ ਦੇ ਨਾਮ ਰੰਗ ਵਿੱਚ। ਜਿਹੜਾ ਵਪਾਰ ਕਰਿਆ ਨਾਮ ਦਾ, ਉਹ ਰੰਗਿਆ ਗਿਆ ਹੈ। ਸਤਿਗੁਰੂ ਜੀ ਕਹਿੰਦੇ ਸੰਤ ਸੇਵ ਪ੍ਰੀਤਨਾਥ ਰੰਗ ਲਾਲਨ ਲਾਏ। ਗੁਰੂ ਦੀ ਸੇਵਾ ਵਿੱਚ ਆਇਆ, ਪ੍ਰੀਤ ਵਾਹਿਗੁਰੂ ਨਾਲ ਜੋੜੀ, ਤੇ ਫਿਰ ਹੋਇਆ ਕਿ ਰੰਗ ਲਾਲਨ ਲਾਏ। ਵਾਹਿਗੁਰੂ ਜੀ ਨੇ ਲਾਲ ਰੰਗ, ਨਾਮ ਰੰਗ ਉਹਦੇ ਉੱਤੇ ਚੜਾ ਦਿੱਤਾ। ਲਾਲ ਰੰਗ ਤਿਸ ਕੋ ਲਗਾ ਜਿਸਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹ ਲਾਗੈ ਦਾਗਾ। ਕਹਿੰਦੇ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ। ਗੁਰੂ ਵਾਲਾ ਗਿਆਨ ਮਨ ਦੇ ਵਿੱਚ ਟਿਕ ਗਿਆ, ਤੇ ਜਦ ਗੁਰੂ ਨੇ ਗਿਆਨ ਦਿੱਤਾ ਨਾ, ਉਸ ਦੇ ਅੰਦਰ ਖਿੜਾਓ ਪੈਦਾ ਹੋ ਗਿਆ। ਰਹਿਸਾਏ, ਰਹਸ, ਖੇੜੇ ਵਾਲੀ ਅਵਸਥਾ, ਖਿੜ ਜਾਣਾ। ਕਹਿੰਦੇ ਨੇ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ, ਨਹੀਂ ਆਏ ਸਹਿਜ ਆਏ ਮਨ ਨਿਧਾਨ ਪਾਏ। ਕਹਿੰਦੇ ਨਹਿ ਜਾਏ ਦਾ ਮਤਲਬ ਹੈ ਜੰਮਣ ਮਰਨ ਦੇ ਗੇੜ 'ਚ ਆਉਂਦਾ ਜਾਂਦਾ ਨਹੀਂ ਹੈ। ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ। ਉਹ ਆਪਣੇ ਮਨ ਵਿੱਚੋਂ ਹੀ ਨਾਮ ਰੂਪੀ ਖਜ਼ਾਨਾ ਲੱਭ ਲੈਂਦਾ ਹੈ। ਸਹਿਜ ਆਏ ਮਨ ਨਿਧਾਨ ਪਾਏ, ਸਹਿਜ 'ਚ ਟਿਕ ਕੇ ਮਨ ਤੋਂ ਨਾਮ ਰੂਪੀ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ। ਸਭ ਤਜੀ ਮਨ ਕੀ ਕਾਮ ਕਰਾ, ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ। ਬੜੇ ਲੰਮੇ ਸਮੇਂ ਤੋਂ, ਚਿਰ ਤੋਂ ਉਹ ਆਪਣੀਆਂ ਮਨ ਦੀਆਂ ਸਾਰੀਆਂ ਵਾਸ਼ਨਾਵਾਂ ਨੂੰ ਤਿਆਗ ਦਿੰਦਾ, ਜੋ ਚਿਰਾਂ ਤੋਂ ਅੰਦਰ ਟਿਕੀਆਂ ਹੋਈਆਂ ਸਨ, ਲੰਮੇ ਸਮੇਂ ਤੋਂ ਅੰਦਰ ਟਿਕੀਆਂ ਹੋਈਆਂ ਸਨ। ਤੇ ਸਤਿਗੁਰੂ ਜੀ ਅਖੀਰ ਚ ਕਹਿੰਦੇ ਨੇ, ਹਰ ਦਰਸ਼ਨੋਂ ਦਿਖਾਓ ਮੋਹ ਤੁਮ ਬਤਾਵੋ, ਨਾਨਕ ਦੀਨ ਸ਼ਰਨ ਆਏ ਗਲ ਲਾਏ। ਕਹਿੰਦੇ ਐ ਮੇਰੇ ਮਾਲਕ ਵਾਹਿਗੁਰੂ, ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ। ਇਹ ਨਾਨਕ ਇੱਕ ਅਰਜ਼ੋਈ ਕਰਦਾ ਏ, ਮੈਂ ਦੀਨ ਤੇਰੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਆਪਣੇ ਗਲ ਨਾਲ ਲਾ। ਤੇਰਾ ਦਰਸ਼ਨ ਕੀਤਿਆਂ ਮੈਨੂੰ ਬਹੁਤ ਚਿਰ ਹੋ ਚੁੱਕਿਆ ਸੀ। ਹਉ ਆਇਆ ਦੂਰੋਂ ਚੱਲ ਕੇ। ਇਹ ਦੂਰ ਕਿਤੇ ਇਹ ਵਾਲਾ ਘਰੋਂ ਤੁਰ ਕੇ ਆਇਆ ਨਹੀਂ। ਕਈ ਜਨਮ ਪਹਿ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਬੜਾ ਲੰਮਾ ਪੈਂਡਾ ਕਰਕੇ ਆਇਆ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਸਤਿਗੁਰੂ ਜੀ ਕਹਿੰਦੇ ਇਹੋ ਜਿਹਾ ਭਰੋਸਾ ਰੱਖ ਕੇ ਫੇਰ ਕਰ ਨਾਮ ਦਾ ਵਪਾਰ, ਫਿਰ ਤੈਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ। ਸਤ ਕੈ ਖੱਟੀਏ ਦੁੱਖ ਨਹੀਂ ਪਾਇਆ, ਸੱਚ ਰੂਪੀ ਵਣਜ ਵਪਾਰ ਕਰਕੇ ਸੱਚ ਨੂੰ ਕਮਾ, ਫੇਰ ਜੀਵਨ ਸੱਚ ਬਣ ਜਾਵੇਗਾ। ਆਪਣੇ ਗ੍ਰੰਥ ਅਤੇ ਪੰਥ ਉੱਤੇ ਭਰੋਸਾ ਰੱਖ, ਵਿਸ਼ਵਾਸ ਰੱਖ, ਫਿਰ ਸਭ ਕੁਝ ਝੋਲੀ ਪੈ ਜਾਵੇਗਾ। ਹੋਈਆਂ ਭੁੱਲਾਂ ਬਖਸ਼ ਲੈਣਾ। ਦਿਓ ਅਸੀਸ, ਕਥਾ ਕਰਨ ਦੀ ਜਾਚ ਆ ਜਾਵੇ। ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ